मेरा वैद गुरु गोविंदा, मेरा वैद गुरु गोविंदा। हर हर नाम औखद मुख देवै, हर हर नाम औखद मुख देवै। काटै जम की फंदा, मेरा वैद गुरु गोविंदा, 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 मेरा वैद गुरु गोविंदा गोविंदा। मेरा वैद गुरु गोविंदा। ना मेला ना धुंधला, ना फगवा ना कच, नानक लालो लाल है। सच्चे रता सच कि उपजे करे के मैं समावे, जी जन सब हुक्म के कौन की बतावे। कहन ध्यान सुन नित सेवक सुहावे, अगम गोचर साहिबो सरल में नावे। सच पूरे गुरु उपदेसिया नानक सुनावे। वाहिगुरु जी का खालसा वाहिगुरु जी की फतेह, वाहिगुरु जी का खालसा वाहिगुरु जी की फतेह, वाहिगुरु जी की फतेह, वाहिगुरु जी की, वाहिगुरु जी की फतेह, वाहिगुरु जी की फतेह, वाहिगुरु जी की, वाहिगुरु जी की फतेह, वाहिगुरु जी की फतेह, वाहिगुरु जी की फतेह। किथों उपजे कह रहे कहे माहे समावे, जी जंत सब किस्म के कौन कीमत पावे। अगम गोचर साहिब कहन ध्यान सुन नित सेवक सुहावे। अगम गोचर साहिब दूसरा लवे ना लावे। सच पूरे गुरु उपदेसिया नानक सुनावे। सच पूरे गुरु उपदेसिया नानक सुनावे। श्लोक पवन गुरु पानी पिता माता तरत महत, दिवस रात दोए दाई दाया। खेले सगल जगत चंगियाइयां बुराइयां, वाचा धर्म दूर। करमी आपो अपनी के नेड़े के दूर। जिनी नाम ते आया गए मशक्कत काल, नानक ते मुख उजले केती छुट्टी, केती छुट्टी नाल। वाहिगुरु जी का खालसा वाहिगुरु जी की फतेह।
ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਬੰਦਨ ਪਾਦ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਹਿਰਦੈ ਨਿਤ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਕੇ ਬਿਘਨਨ ਕੇ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ੍ਰੀ ਹਰਿ ਕ੍ਰਿਸ਼ਨ ਮਨਾਓ ਤੇਗ ਬਹਾਦਰ ਪਰਮ ਕਿਰਪਾਲਾ ਜੀ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ ਤਰੋ ਤਰਾ ਪਰ ਪੁੰਨ ਪੁੰਨ ਸੀਸ ਵਾਹਿਗੁਰੂ ਪੁੰਨ ਪੁੰਨ ਸੀਸਾ ਬੰਦੋਂ ਬਾਰ ਬਾਰ ਜਗਦੀਸਾ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਨ ਸੋਏ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਚੌਪਈ ਚਲੇ ਜਾਏ ਇੱਕ ਸਾਰੇ ਅਗਾਰੀ ਆਏ ਗਇਓ ਕਾਨਨ ਤਬ ਪਾਰੀ ਫੂਲ ਫਲਨ ਸੋ ਪੂਰਨ ਰੂਰਾ ਕੀਤੀ ਦੂਰ ਲੋ ਦੀਸਤ ਪੂਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕੀ ਸਾਜੀ ਔਰ ਨਵਾਜੀ ਹੋਈ ਸਤਿਗੁਰਾਂ ਦੇ ਪਰਮ ਪਿਆਰ ਚ ਪਰੋਤੀ ਹੋਈ ਗੁਰੂ ਰੰਗ ਚ ਰੰਗੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਤਾ ਦੇ ਪਾਤਰ ਹੋ। ਨੌਵੇਂ ਗੁਰਦੇਵ ਜਗਤ ਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਜੋਗੋ ਜੋਗਾ ਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਕੁਝ ਕੀਮਤੀ ਘੜੀਆਂ ਸਤਿਗੁਰਾਂ ਦੇ ਲੇਖੇ ਲਾ ਕੇ ਸਫਲਾ ਕਰ ਰਹੇ ਹੋ। ਸ਼੍ਰੋਮਣੀ ਭਗਤ ਰਵਿਦਾਸ ਜੀ ਮਹਾਰਾਜ ਜੀ ਦਾ ਪਵਿੱਤਰ ਜਨਮ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਅਦਬ ਸਤਿਕਾਰ ਸਹਿਤ ਗੁਰੂ ਚਰਨਾਂ 'ਚ ਇਕੱਤਰ ਹੋ ਕੇ ਮਨਾ ਰਹੇ ਹੋ। ਅੱਜ ਦੇ ਦਿਨ
ਬਨਾਰਸ ਦੀ ਧਰਤੀ ਤੇ ਪਿਤਾ ਬਾਬਾ ਸੰਤੋਖ ਦਾਸ ਜੀ ਦੇ ਗ੍ਰਹਿ ਵਿਖੇ ਮਹਾਰਾਜ ਭਗਤ ਰਵਿਦਾਸ ਜੀ ਨੇ ਜਨਮ ਲਿਆ। ਕਹਿਣ ਮਾਤਰ ਵਾਸਤੇ ਕਹਿਣਾ ਪੈਂਦਾ ਜਨਮ ਲਿਆ, ਪਰ ਐਸੇ ਮਹਾਂਪੁਰਸ਼ ਭਗਤ ਨਾ ਜਨਮ ਵਿੱਚ ਹਨ ਨਾ ਮਰਨ ਵਿੱਚ ਹਨ। ਆਕਾਸ਼ ਵਿੱਚ ਬੱਦਲ ਆਉਂਦੇ ਐ, ਉਹ ਮੀਂਹ ਵਰਸਾਉਂਦੇ ਆ, ਮੁੜ ਕੇ ਆਕਾਸ਼ ਵਿੱਚ ਵਿਲੈ ਹੋ ਜਾਂਦੇ ਆ। ਉਹਨਾਂ ਬੱਦਲਾਂ ਦਾ ਨਾ ਤਾਂ ਜਨਮ ਹੋਇਆ ਤੇ ਨਾ ਹੀ ਉਹਨਾਂ ਦਾ ਮਰਨ ਹੋਇਆ। ਇਸੇ ਤਰ੍ਹਾਂ ਮਹਾਂਪੁਰਸ਼ ਭਗਤ ਇਸ ਸੰਸਾਰ ਵਿੱਚ ਜੀਵਾਂ ਦਾ ਭਲਾ ਕਰਨ ਵਾਸਤੇ, ਪਰਉਪਕਾਰ ਕਰਨ ਵਾਸਤੇ ਆਉਂਦੇ, ਮੁੜ ਕੇ ਫਿਰ ਆਪਣੇ ਨਿਰਾਕਾਰ ਸਵਰੂਪ ਅਕਾਲ ਪੁਰਖ ਦੇ ਸਵਰੂਪ ਵਿੱਚ ਜਾ ਕੇ ਮਿਲ ਜਾਂਦੇ ਆ, ਭੇਦ ਹੋ ਜਾਂਦੇ। ਤੋ ਮਹਾਰਾਜ ਭਗਤ ਰਵਿਦਾਸ ਜੀ ਦਾ ਜਨਮ ਹੋਇਆ। ਪਰਿਵਾਰ ਵਿੱਚ ਖੁਸ਼ੀ ਹੈ, ਵਧਾਈਆਂ ਵੱਜੀਆਂ ਨੇ। ਰਾਮਾਨੰਦ ਜੀ ਮਹਾਰਾਜ ਜੀ ਦੀ ਸ਼ਰਨ 'ਚ ਰਹਿ ਕੇ ਉਹਨਾਂ ਪਾਸੋਂ ਗੁਰਦਿਕਸ਼ਾ ਲਈ, ਪਰਮੇਸ਼ਰ ਦੀ ਬੰਦਗੀ ਕੀਤੀ, ਭਗਤੀ ਕੀਤੀ, ਔਰ ਭਗਤੀ ਕਰਕੇ ਉੱਚ ਕੋਟੀ ਦੀ ਮਹਾਨ ਅਵਸਥਾ, ਭਗਤ ਦੀ ਅਵਸਥਾ ਨੂੰ ਪ੍ਰਾਪਤ ਹੋਏ। ਐਸੀ ਅਵਸਥਾ 'ਚ ਜਾ ਟਿਕੇ ਜਿੱਥੇ ਜਾ ਕੇ ਮਹਾਰਾਜ ਭਗਤ ਰਵਿਦਾਸ ਜੀ ਨੇ ਬਚਨ ਕਹੇ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ। ਹੇ ਪ੍ਰਭੂ, ਤੇਰੇ ਵਿੱਚ ਔਰ ਮੇਰੇ 'ਚ ਹੁਣ ਮੇਰੇ ਤੇ ਤੇਰੇ ਵਿੱਚ ਕੋਈ ਫਰਕ ਨਹੀਂ ਰਿਹਾ, ਕੋਈ ਅੰਤਰਾ ਨਹੀਂ ਰਿਹਾ। ਸੰਪਰਦਾਈ ਮਹਾਂਪੁਰਸ਼ ਵਿਦਵਾਨ ਦੱਸਦੇ ਹਨ, ਭਗਤ ਜੀ ਨੇ ਸ਼ਬਦ ਉਚਾਰਨ ਕੀਤਾ, ਜਿਸ ਵਕਤ ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਉਹ ਕਹਿੰਦੇ ਅਕਾਲ ਪੁਰਖ ਜੀ ਪ੍ਰਗਟ ਹੋਏ, ਭਗਤ ਰਵਿਦਾਸ ਜੀ ਮਹਾਰਾਜ ਜੀ ਨੂੰ ਦਰਸ਼ਨ ਦਿੱਤੇ ਤੇ ਭਗਤ ਜੀ ਦੀ ਪਰਖਿਆ ਕਰਨ ਵਾਸਤੇ ਉਹਨਾਂ ਨੇ ਬਚਨ ਕਹੇ। ਭਗਤ ਜੀ ਜਦੋਂ ਨਮਸਕਾਰ ਕਰਨ ਲੱਗੇ ਤੇ ਭਗਵਾਨ ਜੀ ਕਹਿੰਦੇ ਪਰੇ ਹਟ, ਤੂੰ ਮੈਨੂੰ ਨਮਸਕਾਰ ਨਾ ਕਰ। ਤਾਂ ਉਸ ਵੇਲੇ ਭਗਤ ਜੀ ਨੇ ਭਗਵਾਨ ਜੀ ਦੇ ਸਨਮੁਖੇ ਬਚਨ ਕਹੇ, ਮਹਾਰਾਜ ਹੁਣ ਮੈਂ ਤਾਂ ਰਿਹਾ ਹੀ ਨਹੀਂ, ਜਦੋਂ ਮੈਂ ਸੀ ਉਦੋਂ ਤੂੰ ਨਹੀਂ ਸੀ, ਹੁਣ ਤੂੰ ਹੈ, ਸਾਹਮਣੇ ਖੜਾ ਹੈ, ਇਹਦਾ ਮਤਲਬ ਹੈ ਹੁਣ ਮੈਂ ਰਿਹਾ ਹੀ ਨਹੀਂ ਹਾਂ। ਤੇਰਾ ਇੱਥੇ ਹੋਣ ਦਾ ਇਹ ਪ੍ਰਮਾਣ ਹੈ, ਪ੍ਰਤੱਖ ਪ੍ਰਮਾਣ ਹੈ ਕਿ ਹੇ ਪ੍ਰਭੂ ਹੁਣ ਤੂੰ ਹੀ ਤੂੰ ਹੈ, ਹੁਣ ਮੈਂ ਨਹੀਂ। ਜਬ ਹਮ ਹੋਤੇ ਤਬ ਤੂੰ ਨਾਹੀਂ, ਅਬ ਤੂੰ ਹੀ ਮੈਂ ਨਾਹੀਂ। ਐਸੀ ਉੱਚ ਅਵਸਥਾ ਵਿੱਚ ਮਹਾਰਾਜ ਭਗਤ ਰਵਿਦਾਸ ਜੀ ਟਿਕੇ ਹੋਏ, ਜਿਨ੍ਹਾਂ ਨੇ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਨੂੰ ਆਪਣੇ ਅੰਦਰ ਸਾਖਸ਼ਾਤਕਾਰ ਕਰ ਲਿਆ। ਔਰ ਨਿਰੰਕਾਰ ਦੀ ਭਗਤੀ ਕਰਦਿਆਂ, ਜਦੋਂ ਸੁਭਾਵਕ ਹੈ ਜਿਹੜਾ ਪਰਮੇਸ਼ਰ ਦੀ ਭਗਤੀ ਕਰਦਾ, ਉਹਦਾ ਪ੍ਰਤਾਪ ਸੰਸਾਰ 'ਚ ਉਜਾਗਰ ਹੁੰਦਾ। ਬ੍ਰਾਹਮਣ ਈਰਖਾ ਕਰਨ ਲੱਗ ਪਏ, ਦਵੈਸ਼ ਕਰਨ ਲੱਗ ਪਏ। ਈਰਖਾ ਤੇ ਦਵੈਸ਼ ਦੀ ਅੱਗ ਉਹਨਾਂ ਬਾਹਮਣਾਂ ਦੇ ਹਿਰਦਿਆਂ 'ਚ ਬਲਣ ਲੱਗ ਪਈ। ਮਹਾਰਾਜ ਭਗਤ ਰਵਿਦਾਸ ਜੀ ਦੀ ਆਲੋਚਨਾ ਕਰਨ ਲੱਗ ਪਏ। ਖਾਲਸਾ ਜੀ, ਗਿਆਨਵਾਨ ਗਿਆਨੀ ਦੇ ਬਚਨ ਮੂਰਖਾਂ ਦੀ ਸਮਝ 'ਚ ਨਹੀਂ ਆਉਂਦੇ। ਜਦੋਂ ਮੂਰਖਾਂ ਦੀ ਸਮਝ ਵਿੱਚ ਨਹੀਂ ਆਉਂਦੇ ਤੇ ਉਹ ਮੂਰਖ ਉਹਨਾਂ ਗਿਆਨਵਾਨਾਂ ਦੇ ਉੱਤੇ ਤਰਕ ਕਰਕੇ ਕਹਿੰਦੇ ਗਿਆਨੀ ਮੂਰਖ ਨੇ। ਇਹ ਸੁਭਾਵਕ ਹੈ। ਮੂਰਖ ਦੀ ਸਭ ਤੋਂ ਵੱਡੀ ਮੂਰਖਤਾ ਕੀ ਹੈ? ਕੋਈ ਪੁੱਛੇ, ਮੂਰਖ ਦੀ ਸਭ ਤੋਂ ਵੱਡੀ ਮੂਰਖਤਾ ਹੀ ਕੀ ਹੈ? ਮੂਰਖ ਦੀ ਸਭ ਤੋਂ ਵੱਡੀ ਮੂਰਖਤਾ ਹੀ ਹੈ ਕਿ ਉਹ ਕਿਸੇ ਤਤਵ ਗਿਆਨੀ ਨੂੰ ਵੀ ਮੂਰਖ ਸਮਝਣ ਲੱਗ ਪਏ। ਇੱਕ ਛੋਟੀ ਜਿਹੀ ਕਹਾਣੀ ਮੇਰੀ ਸਿਮਰਤੀ ਵਿੱਚ, ਦੋ ਸੇਠ ਸੀ, ਸ਼ਾਹੂਕਾਰ ਨੇ, ਉਹਨਾਂ ਦੇ ਦੋ ਨੌਕਰ ਸਨ। ਦੋਵੇਂ ਸੇਠਾਂ ਦੀ ਆਪਸ ਵਿੱਚ ਬਹਿਸ ਹੋ ਗਈ। ਇੱਕ ਸੇਠ ਕਹਿਣ ਲੱਗਾ ਜਿਹੜਾ ਮੇਰਾ ਨੌਕਰ ਹੈ ਉਹ ਵੱਧ ਮੂਰਖ ਹੈ। ਦੂਜਾ ਕਹਿਣ ਲੱਗਾ ਨਹੀਂ ਜੀ, ਮੇਰਾ ਜਿਹੜਾ ਨੌਕਰ ਹੈ ਉਹ ਤੇਰੇ ਨੌਕਰ ਨਾਲੋਂ ਵੱਧ ਮੂਰਖ ਹੈ। ਉਹ ਕਹਿੰਦਾ ਆਪਣੀ ਬਹਿਸ ਨਾਲ ਗੱਲ ਨਹੀਂ ਬਣਨੀ, ਆਪਾਂ ਵੇਖ ਹੀ ਲੈਨੇ ਆ। ਇੱਕ ਸੇਠ ਨੇ ਆਪਣਾ ਨੌਕਰ ਸੱਦਿਆ, ਉਹਨੂੰ 10 ਰੁਪਈਏ ਦਿੱਤੇ। ਕਹਿੰਦਾ ਵੀ ਜਾ ਬਾਜ਼ਾਰ ਵਿੱਚ ਜਾ ਕੇ ਇਹਦੀ ਫਰਿੱਜ ਖਰੀਦ ਕੇ ਲੈ ਆ। ਉਹਨੇ 10 ਰੁਪਈਏ ਲਏ ਤੇ ਬਾਜ਼ਾਰ ਨੂੰ ਟੁਰ ਪਿਆ।
ਉਹ ਸੇਠ ਕਹਿੰਦਾ ਵੇਖ ਆ ਹੈ ਨਾ ਮੂਰਖ ਮੇਰਾ ਨੌਕਰ, ਵੀ 10 ਰੁਪਈਏ ਦੇ ਇਹਨੂੰ ਭਲੇ ਮਾਨਸ ਨੂੰ ਪੁੱਛੇ ਵੀ ਬਾਜ਼ਾਰ ਚੋਂ ਫਰਿੱਜ ਮਿਲ ਜੇਗੀ। 10 ਰੁਪਈਏ ਲਏ ਨੇ ਤੇ ਟੁਰ ਗਿਆ। ਉਹਨੇ ਇਹ ਨਹੀਂ ਸੋਚਿਆ ਵੀ 10 ਰੁਪਇਆਂ ਦੀ ਫਰਿੱਜ ਕਿਵੇਂ ਆਵੇਗੀ। ਦੂਜਾ ਕਹਿੰਦਾ ਠਹਿਰ, ਹਾਲੇ ਨਿਰਣਾ ਨਹੀਂ ਹੋਇਆ, ਮੈਂ ਆਪਣਾ ਨੌਕਰ ਸੱਦਦਾ। ਉਹਨੇ ਆਪਣੇ ਨੌਕਰ ਨੂੰ ਸੱਦਿਆ ਤੇ ਬੁਲਾ ਕੇ ਕਹਿੰਦਾ ਵੀ ਜਾ ਮੇਰੇ ਆਫਿਸ ਵਿੱਚ ਜਾ ਕੇ ਵੇਖ ਵੀ ਮੈਂ ਉੱਥੇ ਹਾਂ ਕਿ ਨਹੀਂ। ਉਹ ਕਹਿੰਦਾ ਜੀ ਠੀਕ ਹੈ। ਉਹ ਵੀ ਟੁਰ ਪਿਆ। ਉਹ ਕਹਿੰਦਾ ਵੇਖ ਵੀ ਮੇਰਾ ਨੌਕਰ ਵੱਧ ਮੂਰਖ ਹੈ ਕਿ ਤੇਰਾ, ਵੀ ਮੈਂ ਇੱਥੇ ਸਾਹਮਣੇ ਬੈਠਾ, ਮੈਨੂੰ ਫਿਰ ਵੀ ਆਫਿਸ 'ਚ ਵੇਖਣ ਗਿਆ ਵੀ ਮੈਂ ਉੱਥੇ ਹਾਂ ਕਿ ਨਹੀਂ। ਹੁਣ ਇਹ ਤਾਂ ਸੇਠ ਕਹਿ ਕੇ ਚੁੱਪ ਕਰ ਗਏ। ਜਿਹੜੇ ਨੌਕਰ ਸੀ ਦੋਵੇਂ ਬਾਹਰ ਇਕੱਠੇ ਹੋ ਕੇ ਜਦੋਂ ਟੁਰੇ, ਜਿਹੜਾ 10 ਰੁਪਈਏ ਲੈ ਕੇ ਜਾ ਰਿਹਾ ਸੀ ਉਹ ਨਾਲ ਦੇ ਨੂੰ ਕਹਿੰਦਾ ਯਾਰ ਆਪਣੇ ਸੇਠ ਕਿੰਨੇ ਮੂਰਖ ਨੇ, ਵੀ ਉਹਨੇ ਮੈਨੂੰ 10 ਰੁਪਈਏ ਦਿੱਤੇ ਵੀ ਜਾ ਕੇ ਫਰਿੱਜ ਖਰੀਦ ਲਿਆ। ਉਹਨੂੰ ਇਹ ਨਹੀਂ ਪਤਾ ਵੀ ਅੱਜ ਐਤਵਾਰ ਹੈ, ਅੱਜ ਤਾਂ ਬਾਜ਼ਾਰ ਬੰਦ ਹੈ। ਦੂਸਰਾ ਕਹਿਣ ਲੱਗਾ ਵੀ ਤੇਰਾ ਸੇਠ ਤਾਂ ਹਾਲੇ ਫਿਰ ਵੀ ਸਿਆਣਾ ਹੈ। ਕਹਿੰਦਾ ਮੇਰਾ ਤੇ ਸੇਠ ਜਿਹੜਾ ਉਹ ਤੇਰੇ ਸੇਠ ਨਾਲੋਂ ਵੀ ਵੱਧ ਮੂਰਖ। ਕਹਿੰਦਾ ਜੀ ਉਹ ਕਿਵੇਂ? ਕਹਿੰਦਾ ਇੰਨੀ ਦੂਰ ਮੈਨੂੰ ਭੇਜਣ ਲੱਗਾ, ਫੋਨ ਕਰਕੇ ਨਹੀਂ ਪੁੱਛ ਸਕਦਾ ਸੀ ਵੀ ਮੈਂ ਉੱਥੇ ਹਾਂ ਕਿ ਨਹੀਂ, ਟੈਲੀਫੋਨ ਕਰ ਲੈਂਦਾ। ਇਹ ਵਿਅੰਗ ਹੈ ਹਾਸ ਰਸ ਦਾ, ਪਰ ਅਸਲੀਅਤ ਇਹ ਹੈ ਕਿ ਗਿਆਨਵਾਨ ਗਿਆਨੀ ਨੂੰ ਮੂਰਖ ਲੋਕ ਜਿਹੜੇ ਹੁੰਦੇ ਹੈ ਉਹਨੂੰ ਵੀ ਮੂਰਖ ਦੀ ਕੈਟਾਗਰੀ ਵਿੱਚ ਸਮਝਦੇ ਵੀ ਮੂਰਖ ਹੈ, ਇਹਨੂੰ ਇਹ ਗੱਲ ਕਰਨ ਦਾ ਨਹੀਂ ਵੱਲ। ਉਹ ਜਿਹੜੇ ਮੂਰਖ ਕੈਟਾਗਰੀ ਦੇ ਬ੍ਰਾਹਮਣ ਸੀ ਉਸ ਵੇਲੇ, ਉਹ ਮਹਾਰਾਜ ਭਗਤ ਰਵਿਦਾਸ ਜੀ ਦੀ ਆਲੋਚਨਾ ਕਰਦੇ, ਉਹਨਾਂ ਦੀ ਨਿੰਦਾ ਕਰਦੇ ਵੀ ਇਹ ਸਹੀ ਨਹੀਂ ਕਹਿੰਦਾ। ਹਾਲਾਂਕਿ ਮਹਾਰਾਜ ਭਗਤ ਰਵਿਦਾਸ ਜੀ ਜੋ ਕਹਿ ਰਹੇ ਸਨ ਉਹੀ ਇਤੀ ਸੀ, ਉਹੀ ਵਾਸਤਵਿਕਤਾ ਸੀ, ਉਹੀ ਸੱਤ ਸੀ। ਉਹਨਾਂ ਨੇ ਭਗਤ ਰਵਿਦਾਸ ਜੀ ਦੀ ਆਲੋਚਨਾ ਕਰਕੇ ਰਾਜਿਆਂ ਕੋਲ ਸ਼ਿਕਾਇਤਾਂ ਕੀਤੀਆਂ। ਮਹਾਰਾਜ ਭਗਤ ਜੀ ਦੇ ਉੱਤੇ ਵੀ ਕਈ ਕਸ਼ਟ ਆਏ, ਪਰ ਭਗਤ ਰਵਿਦਾਸ ਜੀ ਮਹਾਰਾਜ ਹਰ ਜਗ੍ਹਾ ਤੇ ਉਹਨਾਂ ਬ੍ਰਾਹਮਣਾਂ ਤੋਂ ਰਾਜਿਆਂ ਦੀਆਂ ਸਭਾਵਾਂ ਵਿੱਚ ਵਿਜয়ੀ ਹੁੰਦੇ ਰਹੇ, ਕਿਉਂਕਿ ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਭਗਤ ਭਗਤ ਜਗ ਵੱਜਿਆ। ਭਗਤੀ ਦੇ ਨਾਂ ਦੇ ਨਾਲ ਸੰਸਾਰ ਵਿੱਚ ਭਗਤ ਹੋ ਕੇ ਭਗਤ ਰਵਿਦਾਸ ਜੀ ਮਹਾਰਾਜ ਪ੍ਰਗਟ ਹੋਏ। ਐਸੇ ਮਹਾਂਪੁਰਸ਼ ਸ਼੍ਰੋਮਣੀ ਭਗਤ ਜਿਨ੍ਹਾਂ ਨੇ ਅਕਾਲ ਪੁਰਖ ਜੀ ਦੇ ਚਰਨਾਂ 'ਚ ਸਾਨੂੰ ਸਾਰਿਆਂ ਨੂੰ ਬੇਨਤੀ ਕਰਨ ਦਾ ਤਰੀਕਾ ਦੱਸਿਆ। ਬਹੁਤ ਜਨਮ ਵਿਛਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜੀਵੋਂ, ਚਿਰ ਭਇਓ ਦਰਸ਼ਨ ਦੇਖੇ। ਐਸੀ ਅੰਮ੍ਰਿਤ ਭਿੱਜੀ ਬਾਣੀ ਮਹਾਰਾਜ ਭਗਤ ਰਵਿਦਾਸ ਜੀ ਦੇ ਹਿਰਦੇ 'ਚੋਂ ਨਿਕਲੀ, ਗੁਰੂ ਅਰਜਨ ਦੇਵ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ। ਐਸੇ ਮਹਾਂਪੁਰਸ਼ ਭਗਤ ਰਵਿਦਾਸ ਜੀ ਦੇ ਪਵਿੱਤਰ ਜਨਮ ਦਿਹਾੜੇ ਦੀਆਂ ਆਪ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਜੀ। ਆਓ ਸਤਿ ਸ੍ਰੀ ਅਕਾਲ। ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਅੰਮ੍ਰਿਤ ਕਥਾ ਆਪ ਜੀ ਸਰਵਣ ਕਰ ਰਹੇ ਹੋ। ਗਰੀਬਨਵਾਜ ਸਤਿਗੁਰੂ ਜੀ ਇੱਕ ਐਸੇ ਨਗਰ ਵਿੱਚ ਚੱਲ ਕੇ ਆਏ ਨੇ, ਟਾਪੂ ਹੈ ਜਿੱਥੇ ਰਾਖਸ਼ ਰਹਿੰਦੇ ਹੈ। ਰਾਖਸ਼ ਦਾ ਮਤਲਬ ਹੁੰਦਾ ਵੀ ਉਹ ਰਾਖਸ਼ੀ ਬਿਰਤੀ ਦੇ ਲੋਕ ਸਨ। ਹੈਣ ਤਾਂ ਮਾਨਵ ਹੀ ਸੀ, ਪਰ ਕਰਮ ਉਹਨਾਂ ਦੇ ਰਾਖਸ਼ਾਂ ਵਾਲੇ ਸੀ। ਉਹਨਾਂ ਦਾ ਰਾਜਾ ਹੈ ਰਾਜਾ ਦੇਵਲੂਤ, ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਵੇਖ ਕੇ ਕਹਿਣ ਲੱਗਾ ਵੀ ਇਹ ਸਾਡਾ ਖਾਜਾ ਹਨ, ਖੁਰਾਕ ਨੇ, ਇਹਨਾਂ ਨੂੰ ਅਸੀਂ ਖਾਵਾਂਗੇ ਭੱਖਾਂਗੇ। ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲ ਵਧੇ, ਪਰ ਗੁਰੂ ਸਾਹਿਬ ਦੀ ਕਲਾ ਵਰਤੀ, ਗੁਰਦੇਵ ਦੇ ਚਰਨਾਂ 'ਤੇ ਝੁਕ ਕੇ ਨਮਸਕਾਰ ਕੀਤੀ। ਮਹਾਰਾਜ ਜੀ ਨੇ ਇਹਨਾਂ ਨੂੰ ਭਗਤੀ ਦਾ ਉਪਦੇਸ਼ ਦੇ ਕੇ ਰਾਖਸ਼ਾਂ ਤੋਂ ਦੇਵਤੇ ਬਣਾ ਕੇ ਗਰੀਬਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਇਹਨਾਂ ਦੇ ਨਗਰ ਤੋਂ ਅੱਗੇ ਵਧੇ ਹਨ। ਆਓ ਜਿਹੜੇ ਜਿਹੜੇ ਜੀਵਾਂ ਦਾ ਸਤਿਗੁਰੂ ਜੀ ਪਾਰ ਉਤਾਰਾ ਕਰ ਰਹੇ ਨੇ, ਗੁਰੂ ਨਾਨਕ ਸਾਹਿਬ ਦੇ ਚਰਨਾਂ ਨਾਲ ਆਪਣਾ ਧਿਆਨ ਜੋੜ ਕੇ ਕਥਾ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਓ, ਰਸਨਾ ਪਵਿੱਤਰ ਕਰੋ। ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ
ਚਲੇ ਜਾਏ ਇੱਕ ਸਾਰੇ ਅਗਾਰੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਬਾਲਾ ਭਾਈ ਮਰਦਾਨਾ ਜੀ ਨੂੰ ਨਾਲ ਲੈ ਕੇ ਇਕਸਾਰ ਸਿੱਧੇ ਚੱਲਦੇ ਜਾ ਰਹੇ ਹਨ। ਆਏ ਗਇਓ ਕਾਨਨ ਤਬ ਪਾਰੀ। ਚਲਦਿਆਂ ਇੱਕ ਸੰਘਣਾ ਦੂਰ ਤੱਕ ਜੰਗਲ ਆਇਆ ਹੈ। ਫਲ ਫੂਲਨ ਸੋ ਪੂਰਨ ਰੂਰਾ। ਇਹ ਜੰਗਲ ਦੀ ਖਾਸੀਅਤ ਹੈ ਵੀ ਇਹਦੇ ਚ ਬਹੁਤ ਸਾਰੇ ਫਲ ਲੱਗੇ ਹੋਏ ਨੇ, ਫੁੱਲਾਂ ਦੇ ਨਾਲ ਦਰਖਤ ਲੱਦੇ ਹੋਏ ਨੇ। ਕੀਤੀ ਦੂਰ ਲੋਂ ਦੀਸਤ ਪੂਰਾ। ਦੂਰ ਤੱਕ ਜੰਗਲ ਹੀ ਜੰਗਲ ਨਜ਼ਰ ਆਉਂਦਾ ਹੈ, ਕੋਹਾਂ ਤੱਕ ਮੀਲਾਂ ਤੱਕ ਜੰਗਲ ਫੈਲਿਆ ਹੋਇਆ ਹੈ। ਤਾਂ ਕਿ ਪਹੁੰਚੇ ਜਾਏ ਮਝਾਰਾ। ਸਤਿਗੁਰੂ ਜੀ ਪਾਤਸ਼ਾਹ ਜੀ ਚਲਦੇ ਚਲਦੇ ਉਸ ਬਨ ਵਿੱਚ, ਉਸ ਜੰਗਲ ਵਿੱਚ ਪਹੁੰਚੇ ਹਨ। ਦੇਖੀ ਬਨ ਮਾਨਸ ਕੀ ਡਾਰਾ। ਦੇਖਿਆ ਗਰੀਬ ਨਵਾਜ ਸਾਹਿਬ ਜੀ ਨੇ ਕਿ ਇੱਕ ਵਣ ਮਾਨਸ ਜਿਹੜੇ ਹੁੰਦੇ ਚਿੰਪੈਂਜੀ ਬਾਂਦਰ ਆਪਾਂ ਕਹਿ ਦਿੰਦੇ ਆ, ਬਾਂਦਰਾਂ ਦੀ ਕਿਸਮ ਹੈ, ਉਹ ਵਣ ਮਾਨਸਾਂ ਦੀ ਇੱਕ ਡਾਰ ਉਸ ਜੰਗਲ ਦੇ ਵਿੱਚ ਮਹਾਰਾਜ ਜੀ ਨੇ ਵੇਖੀ ਭੱਜੀ ਫਿਰਦੀ ਸੀ। ਸੱਜੇ ਖੱਬੇ ਉਹ ਬਾਂਦਰ ਜਿਹੜੇ ਸਨ ਉਹ ਭੱਜੇ ਫਿਰਦੇ ਸਨ। ਬਾਲ ਵਿਸਾਲ ਦਿਗੰਬਰ ਅੰਗਾ। ਉਹਨਾਂ ਦੇ ਸਰੀਰਾਂ ਤੇ ਲੰਮੇ ਲੰਮੇ ਵਾਲ ਨੇ ਕਾਲੇ ਰੰਗ ਦੇ ਤੇ ਦਿਗੰਬਰ ਰਹਿੰਦੇ ਆ, ਯਾਨੀ ਕਿ ਸਰੀਰ ਤੇ ਕੋਈ ਕਿਸੇ ਪ੍ਰਕਾਰ ਦਾ ਪਰਦਾ ਨਹੀਂ, ਵੇਖਣ ਨੂੰ ਬੰਦੇ ਹੀ ਜਾਪਦੇ ਆ। ਮਾਨਵਾਂ ਵਰਗੇ ਹੀ ਹੱਥ ਪੈਰ ਸਰੀਰ ਉਹਨਾਂ ਦੇ ਹਨ ਤੇ ਥੋੜੀ ਬਹੁਤੀ ਇਹਨਾਂ 'ਚ ਸੋਝੀ ਵੀ ਹੁੰਦੀ ਹੈ। ਜਿਹੜੇ ਵਣ ਮਾਨਸ ਹੁੰਦੇ ਆ ਬਾਂਦਰ, ਇਹਨਾਂ ਵਿੱਚ ਥੋੜੀ ਬਹੁਤ ਸੋਝੀ ਵੀ ਹੁੰਦੀ ਹੈ। ਆਪਸੀ ਸਾਇੰਸ ਵਾਲੇ ਕਹਿੰਦੇ ਆ ਵੀ ਇਹ ਗੱਲਬਾਤ ਵੀ ਕਰਦੇ ਆ, ਕੁਝ ਸ਼ਬਦ ਵੀ ਹਨ ਇਹ ਆਪਸ ਵਿੱਚ ਗੱਲਾਂ ਕਰਦੇ ਆ, ਤਾਂ ਉਹਨਾਂ ਸ਼ਬਦਾਂ ਦੇ ਨਾਲ ਇੱਕ ਦੂਜੇ ਦੇ ਨਾਲ ਆਦਾਨ ਪ੍ਰਦਾਨ ਵੀ ਕਰਦੇ, ਯਾਨੀ ਕਿ ਮਨੁੱਖ ਦੇ ਵਿੱਚ ਜਿਹੜੀ ਸੋਚ ਸਮਝ ਹੈ ਉਹਦਾ ਕੁਝ ਕੁ ਅੰਸ਼ ਮਾਤਰ ਇਹਨਾਂ ਵਿੱਚ ਵੀ ਹੁੰਦਾ ਵਣ ਮਾਨਸਾਂ 'ਚ, ਤਾਂ ਇਹਨਾਂ ਨੂੰ ਵਣ ਮਾਨਸ ਕਹਿੰਦੇ ਆ। ਉਹ ਜਿਹੜੇ ਵਣ ਮਾਨਸ ਨੇ ਉਹ ਫਿਰਦੇ ਸਨ ਉੱਥੇ। ਰੂਪ ਭਿਆਨਕ ਮੇਚਕ ਰੰਗਾ। ਇਹਨਾਂ ਦੇ ਰੂਪ ਬੜੇ ਭਿਆਨਕ ਨੇ ਤੇ ਕਾਲੇ ਰੰਗ ਹਨ। ਪਸ਼ੂ ਸਮਾਨ ਕਿਰਿਆ ਜਿਨ ਕੇਰੀ। ਉਹਨਾਂ ਦੀ ਕਿਰਿਆ ਪਸ਼ੂਆਂ ਦੇ ਸਮਾਨ ਹੈ, ਜਾਨਵਰਾਂ ਦੇ ਸਮਾਨ ਹੈ। ਮਰਦਾਨੇ ਜਬ ਡਾਰ ਸੁਹੇਰੀ। ਭਾਈ ਮਰਦਾਨਾ ਜੀ ਨੇ ਪਹਿਲੀ ਵਾਰ ਵੇਖੇ ਸੀ ਇਹ ਵਣ ਮਾਨਸ, ਕਦੇ ਬਾਂਦਰ ਤਾਂ ਵੇਖੇ ਸੀ ਪਰ ਆ ਨਹੀਂ ਸੀ ਵੇਖੇ ਵਣ ਮਾਨਸ। ਤੋ ਭਾਈ ਸਾਹਿਬ ਜੀ ਨੇ ਜਦੋਂ ਇਹ ਵਣ ਮਾਨਸ ਵੇਖੇ, ਪੈ ਕਰ ਪ੍ਰਭ ਸੋ ਗਿਰਾ ਅਲਾਈ। ਥੋੜੇ ਜੇ ਡਰ ਗਏ ਤੇ ਡਰ ਕੇ ਭਾਈ ਮਰਦਾਨਾ ਜੀ ਜਗਤ ਗੁਰੂ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਕਹਿਣ ਲੱਗੇ, ਬਨ ਮੈਂ ਕਿਆ ਇਹ ਬੜੀ ਬਲਾਈ। ਮਹਾਰਾਜ ਜੀ ਜੰਗਲ ਵਿੱਚ ਇਹ ਬੜੀ ਬੁਰੀ ਬਲਾ ਜੀ ਨਜ਼ਰ ਆਉਂਦੀ ਹੈ, ਇਹ ਕਿਹੜੀ ਬਲਾ ਹੈ? ਇਨ ਤੇ ਮੋਕੋ ਲਗੇ ਅਤੰਕਾ। ਮਹਾਰਾਜ ਮੈਨੂੰ ਤਾਂ ਡਰ ਲੱਗੀ ਜਾਂਦਾ ਇਹਨਾਂ ਨੂੰ ਵੇਖ ਕੇ ਵੀ ਇਹ ਕੀ ਚੀਜ਼ਾਂ ਨੇ, ਮੈਂ ਤਾਂ ਪਹਿਲੀ ਵਾਰ ਵੇਖੀਆਂ ਹਨ। ਸੁਨ ਬੋਲੇ ਸ਼੍ਰੀ ਬਦਨ ਮੈਂ ਅੰਕਾ। ਚੰਦਰਮਾ ਜੈਸੇ ਸੋਹਣੇ ਮੁਖੜੇ ਵਾਲੇ ਗਰੀਬ ਨਵਾਜ ਸਤਿਗੁਰੂ ਜੀ ਬੋਲੇ, ਕਹਿਣ ਲੱਗੇ ਬਨ ਮਾਨਸ ਇਨ ਕੋ ਪਹਿਚਾਨੋ। ਕਹਿਣ ਲੱਗੇ ਭਾਈ ਮਰਦਾਨਾ ਜੀ ਇਹਨਾਂ ਨੂੰ ਵਣ ਮਾਨਸ ਕਹਿੰਦੇ ਹਨ, ਇਹ ਵਣ ਮਾਨਸ ਹਨ ਜੰਗਲ ਵਿੱਚ। ਕਿਉਂ ਹਿਰਦੇ ਡਰ ਤੁਝ ਨੇ ਮਾਨੋ। ਤੇ ਤੁਸੀਂ ਕਿਉਂ ਵੇਖ ਕੇ ਇਹਨਾਂ ਨੂੰ ਆਪਣੇ ਹਿਰਦੇ 'ਚ ਡਰਦੇ ਹੋ? ਕੋਈ ਡਰਨ ਦੀ ਲੋੜ ਨਹੀਂ। ਹਮੇ ਬਿਲੋਕਾ ਤਿਨ ਨੇ ਜਬਈ। ਤੇ ਭਾਈ ਸਾਹਿਬ ਭਾਈ ਬਾਲਾ ਜੀ ਕਥਾ ਸੁਣਾਉਂਦੇ ਆ, ਕਹਿੰਦੇ ਜਦੋਂ ਉਹਨਾਂ ਵਣ ਮਾਨਸਾਂ ਨੇ ਸਾਨੂੰ ਬੈਠਿਆਂ ਵੇਖਿਆ, ਭਾਗ ਚਲੇ ਡਰ ਕੇ ਉਰ ਸਬਈ। ਤੇ ਉਹ ਸਾਰੇ ਡਰ ਕੇ ਭੱਜ ਗਏ, ਕਿਉਂਕਿ ਵਣ ਮਾਨਸ ਬਾਂਦਰ ਨੇ, ਜਾਨਵਰ ਨੇ। ਮਨੁੱਖ ਦੇ ਕੋਲ ਕਿਹੋ ਜੀ ਪਰਮੇਸ਼ਰ ਨੇ ਖੇਡ ਬਣਾਈ ਹੈ ਵੀ ਇਹਦੇ ਕੋਲੋਂ ਸਾਰੇ ਜਾਨਵਰ ਪਸ਼ੂ ਪੰਛੀ ਭੈ ਭੀਤ ਹੁੰਦੇ ਆ। ਉਹ ਜਿਹੜੇ ਵਣ ਮਾਨਸ ਨੇ ਉਹ ਵੀ ਉਸ ਵੇਲੇ ਡਰ ਕੇ ਭੱਜ ਗਏ। ਰਿਓ ਇੱਕ ਠਾਂਡਾ ਤੇ ਥਾਈ। ਜਿਹੜੇ ਉਹ ਵਣ ਮਾਨਸ ਭੱਜੇ ਉਹਨਾਂ ਚੋਂ ਇੱਕ ਉੱਥੇ ਖਲੋਤਾ ਰਿਹਾ, ਇੱਕ ਉੱਥੇ ਖੜਾ ਰਿਹਾ। ਔਰ ਗਏ ਸਭ ਦੂਰ ਪਲਾਈ। ਬਾਕੀ ਜਿਹੜੇ ਵਣ ਮਾਨਸ ਸੀ ਉਹ ਜੰਗਲ ਵਿੱਚ ਹੋਰ ਥਾਵਾਂ ਤੇ ਚਲੇ ਗਏ, ਭੱਜ ਗਏ। ਮੈਂ ਬੁਝਿਓ ਤਬ ਤੈਂ ਕੇ ਸਾਥਾ। ਭਾਈ ਬਾਲਾ ਜੀ ਕਹਿੰਦੇ ਮੈਂ ਉਸ ਵੇਲੇ ਪੁੱਛਿਆ, ਕੋ ਹੈ ਤੂੰ ਕਈ ਨਿਜ ਗਾਥਾ। ਕਹਿੰਦੇ ਅਸੀਂ ਤਾਂ ਆਖਿਆ ਵੀ ਸ਼ਾਇਦ ਇਹ ਬੋਲਦੇ ਹੋਣਗੇ, ਬੰਦਿਆਂ ਵਰਗੇ ਨਜ਼ਰ ਆਉਂਦੇ ਆ। ਭਾਈ ਬਾਲਾ ਜੀ ਕਹਿੰਦੇ ਮੈਂ ਉਹਨੂੰ ਆਵਾਜ਼ ਮਾਰ ਕੇ ਪੁੱਛਿਆ ਵੀ ਤੂੰ ਕੌਣ ਹੈ, ਕਿਉਂ ਖੜਾ ਇੱਥੇ?
ਕਹਿੰਦੇ ਜਦੋਂ ਇਸ ਤਰ੍ਹਾਂ ਪੁੱਛਿਆ, ਸੁਨ ਤੈ ਉੱਚੇ ਚੀਕ ਪੁਕਾਰੀ। ਸੁਣ ਕੇ ਉਹਨੇ ਉੱਚੀ ਜੀ ਚੀਕ ਮਾਰੀ, ਚੰਗਾੜ ਜੀ ਮਾਰੀ। ਲਖੀ ਨ ਪਸ਼ੂ ਸਮਾਨ ਉਚਾਰੀ। ਖਬਰੇ ਕੀ ਆਖਿਆ ਉਹਨੇ ਉਸ ਚੀਕ ਦੇ ਵਿੱਚ, ਕਹਿੰਦੇ ਪਸ਼ੂ ਦੇ ਸਮਾਨ ਸੀ, ਮੈਨੂੰ ਕੁਝ ਸਮਝ ਨਹੀਂ ਪਈ। ਬੂਝੇ ਮੈਂ ਤਬਈ ਗੁਣ ਐਨਾ। ਭਾਈ ਬਾਲਾ ਜੀ ਕਹਿੰਦੇ ਮੈਂ ਫਿਰ ਸਤਿਗੁਰੂ ਜੀ ਨੂੰ ਪੁੱਛਿਆ, ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛਿਆ, ਸਤਿਗੁਰੂ ਜੀ ਕਿਉਂ ਨੈ ਇਹ ਬੋਲਤ ਸ਼ੁਭ ਬੈਨਾ। ਮਹਾਰਾਜ ਜੀ ਇਹ ਬੋਲਦਾ ਕਿਉਂ ਨਹੀਂ ਹੈ? ਵੀ ਮੈਂ ਇਹਨੂੰ ਪੁੱਛਿਆ ਤੂੰ ਕੌਣ ਹੈ, ਤੇ ਮਹਾਰਾਜ ਜੀ ਇਹ ਬੋਲਦਾ ਕਿਉਂ ਨਹੀਂ? ਮਾਨੁਖ ਸੇ ਇਨਕੇ ਸਰਬੰਗਾ। ਮਹਾਰਾਜ ਜੀ ਸਰੀਰ ਦੇ ਅੰਗ ਤਾਂ ਇਹਦੇ ਬੰਦਿਆਂ ਵਰਗੇ ਨੇ, ਹੱਥ ਪੈਰ, ਤੇ ਮਹਾਰਾਜ ਜੀ ਇਹਦਾ ਸਰੀਰ ਜਿਹੜਾ ਉਹ ਬੰਦਿਆਂ ਵਰਗਾ, ਇਨਸਾਨਾਂ ਵਰਗਾ ਨਜ਼ਰ ਆਉਂਦਾ ਹੈ। ਹਮ ਕੋ ਪਿਕ ਪਾਗੇ ਡਰ ਸੰਗਾ। ਤੇ ਸਾਨੂੰ ਵੇਖ ਕੇ ਡਰ ਕੇ ਭੱਜ ਗਏ ਹਨ। ਸ਼੍ਰੀ ਗੁਰ ਕਹੇ ਬੈਨ ਇਨ ਐਸੇ। ਮਹਾਰਾਜ ਜੀ ਕਹਿੰਦੇ ਭਾਈ ਬਾਲਾ ਜੀ ਇਹ ਮਨੁੱਖ ਨਹੀਂ ਹਨ, ਇਹ ਬਾਂਦਰਾਂ ਦੀ ਇੱਕ ਪ੍ਰਜਾਤੀ ਹੈ। ਇਹਨਾਂ ਦੇ ਬੋਲ ਜਿਹੜੇ ਨੇ ਉਹ ਮਨੁੱਖਾਂ ਵਾਲੇ ਨਹੀਂ ਹਨ। ਨਹੀਂ ਪਨਤ ਮਾਨੁਖ ਬਚ ਜੈਸੇ। ਜਿਵੇਂ ਮਨੁੱਖ ਗੱਲਾਂ ਕਰਦੇ ਨੇ ਏਦਾਂ ਨਹੀਂ ਇਹ ਗੱਲਾਂ ਕਰਦੇ। ਕਿਉਂਕਿ ਭਾਈ ਬਾਲਾ ਜੀ ਨੇ ਵੀ ਪਹਿਲੀ ਵਾਰ ਵੇਖੇ, ਭਾਈ ਮਰਦਾਨਾ ਜੀ ਨੇ ਵੀ ਪਹਿਲੀ ਵਾਰੀ ਤੱਕੇ ਸਨ। ਤੂੰ ਸਤਿਗੁਰੂ ਜੀ ਤਾਂ ਜਾਣੀ ਜਾਣ, ਉਹਨਾਂ ਦੇ ਤਾਂ ਸਿਰਜੇ ਹੋਏ ਨੇ ਸਾਰੇ ਜੀਵ। ਮਹਾਰਾਜ ਜੀ ਕਹਿੰਦੇ ਵੀ ਇਹ ਬੰਦੇ ਨਹੀਂ ਹਨ, ਇਹ ਇਨਸਾਨ ਨਹੀਂ ਹਨ। ਨਜ਼ਰ ਉਦਾਂ ਦੇ ਆ ਰਹੇ ਨੇ, ਇਹਨਾਂ ਦੀ ਬੋਲੀ ਵੀ ਇਨਸਾਨਾਂ ਵਾਲੀ ਨਹੀਂ ਹੈ। ਪਸ਼ੂ ਸਮਾਨ ਅਹੀਂ ਅਨਜਾਨੇ। ਇਹ ਪਸ਼ੂ ਕੋਟੀ ਵਿੱਚ ਨੇ, ਮਾਨਵ ਕੋਟੀ 'ਚ ਨਹੀਂ ਹਨ। ਇਹ ਪਸ਼ੂਆਂ ਦੀ ਕੋਟੀ ਵਿੱਚ, ਜਾਨਵਰਾਂ ਦੀ ਕੋਟੀ ਵਿੱਚ ਹਨ। ਤਿਨ ਤੇ ਕੁਛ ਕੁ ਹੋਸ਼ ਸਰਸਾਨੇ। ਹਾਂ, ਬਾਕੀ ਜਾਨਵਰਾਂ ਨਾਲੋਂ ਥੋੜੇ ਜਿਹੇ ਹੋਸ਼ਬੰਦ ਹੁੰਦੇ ਆ, ਯਾਨੀ ਕਿ ਮਨੁੱਖ ਦੇ ਬਾਰੇ ਕੁਝ ਨਾ ਕੁਝ ਸਮਝਦੇ ਨੇ, ਮਨੁੱਖ ਬਾਰੇ ਕੁਝ ਨਾ ਕੁਝ ਜਾਣਦੇ ਨੇ, ਇੰਨੀ ਕੁ ਹੋਸ਼ ਇਹਨਾਂ ਵਿੱਚ ਜ਼ਰੂਰ ਹੈ। ਰਿਓ ਏਕ ਠਾਂਡਾ ਤੈ ਜੋ। ਆ ਜਿਹੜਾ ਇੱਕ ਵਣ ਮਾਨਸ ਖਲੋਤਾ ਹੋਇਆ, ਬਨ ਮੈਂ ਲੀਨ ਗਿਓ ਫਲ ਸੋ। ਗੁਰਬਾਣੀ ਦੇ ਕੀਰਤਨ ਨਾਲ ਇਹਦੇ ਹਿਰਦੇ ਨੂੰ ਅਸਰ ਹੋਇਆ, ਇਹਨੂੰ ਸਮਝ ਪਈ ਆ ਸਾਡੀ ਕੁਝ। ਇਹ ਪਾਤਸ਼ਾਹ ਨੇ ਜਦੋਂ ਬਚਨ ਕਹੇ, ਉਹ ਜਿਹੜਾ ਵਣ ਮਾਨਸ ਇੱਕ ਖੜਾ ਸੀ ਨਾ ਉੱਥੇ, ਪਹਿਲਾਂ ਤਾਂ ਉਹਨੇ ਦੂਰੋਂ ਨਮਸਕਾਰ ਕੀਤੀ ਤੇ ਫਿਰ ਜੰਗਲ ਨੂੰ ਗਿਆ। ਹਾਂਜੀ, ਮధుਰ ਰਸਾਲ ਦੇਖ ਕਰ ਆਨੇ। ਜੰਗਲ 'ਚ ਜਾ ਕੇ ਉਹਨੇ ਕੁਝ ਫਲ ਤੋੜੇ, ਮਿੱਠੇ ਮਿੱਠੇ ਵਧੀਆ ਵਧੀਆ ਜਿਹੜੇ ਫਲ ਸਨ ਉਹ ਫਲ ਤੋੜੇ। ਹਮ ਤੇ ਦੂਰ ਤਰੇ ਡਰੇ ਮਾਨੇ। ਕਹਿੰਦੇ ਉਹ ਵਣ ਮਾਨਸ ਆਇਆ, ਉਹਨੇ ਉਹ ਫਲ ਸਾਡੇ ਤੋਂ ਕੁਝ ਦੂਰੀ ਤੇ ਰੱਖੇ, ਉਥੋਂ ਮੱਥਾ ਟੇਕ ਕੇ ਵਿਦਾ ਹੋ ਕੇ ਚਲਾ ਗਿਆ। ਪਸ਼ੂ ਪ੍ਰੇਤ ਮੁਗਧ ਕੋ ਤਾਰੇ, ਪਾਹਨ ਪਾਰ ਉਤਾਰੇ। ਮਹਾਰਾਜ ਜੀ ਦੀ ਬਾਣੀ ਦੀ ਕਲਾ ਵਰਤੀ ਹੈ। ਉਸ ਪਸ਼ੂ ਵਿੱਚ ਵੀ ਇੰਨੀ ਸੋਝੀ ਆ ਗਈ ਕਿ ਮੈਂ ਇਹਨਾਂ ਮਹਾਂਪੁਰਸ਼ਾਂ ਦੀ ਸੇਵਾ ਕਰਨੀ ਹੈ। ਉਹਨੇ ਉਹ ਫਲ ਲਿਆਂਦੇ ਜੰਗਲ ਚੋਂ ਤੋੜ ਕੇ ਤੇ ਰੱਖ ਕੇ ਨਾ ਉੱਥੇ ਸਤਿਗੁਰਾਂ ਦੇ ਥੋੜਾ ਜਿਹਾ ਦੂਰ ਹੀ ਰਿਹਾ, ਨੇੜੇ ਨਹੀਂ ਆਇਆ, ਤੇ ਦੂਰੋਂ ਹੀ ਰੱਖ ਕੇ ਉਹ ਫਲ ਤੇ ਮਹਾਰਾਜ ਜੀ ਨੂੰ ਪ੍ਰਣਾਮ ਕਰਕੇ ਨਮਸਕਾਰ ਕਰਕੇ ਚਲਾ ਗਿਆ। ਬੋਰੋਂ ਸੋ ਪੀ ਗਿਓ ਪਲਾਈ। ਫਿਰ ਉਹ ਵੀ ਭੱਜ ਗਿਆ, ਬਾਕੀ ਆਪਣੇ ਸਾਥੀ ਜਿਹੜੇ ਉਹਦੇ ਨਾਲ ਦੇ ਸਨ, ਝੁੰਡ ਸੀ, ਉਹਨਾਂ 'ਚ ਚਲਾ ਗਿਆ। ਲਿਓ ਸੰਗ ਆਪਣੇ ਮੈਂ ਜਾਈ। ਆਪਣੇ ਸੰਗੀਆਂ 'ਚ ਜਾ ਮਿਲਿਆ। ਪ੍ਰਭ ਜੀ ਲੈ ਕਰ ਫਲ ਨਿਜ ਪਾਨੇ। ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਹੜੇ ਉਹ ਫਲ ਸਨ ਆਪਣੇ ਹੱਥ 'ਚ ਲਏ। ਕਹਿਣ ਲਗੇ ਖਾਵੋ ਮਰਦਾਨੇ। ਭਾਈ ਮਰਦਾਨੇ ਮੂਹਰੇ ਕੀਤੇ, ਲੈ ਮਰਦਾਨਿਆਂ ਛਕ ਲੈ, ਤੈਨੂੰ ਕੜਾਕਾ ਲੱਗਾ ਹੋਣਾ, ਯਾਨੀ ਕਿ ਭੁੱਖ ਲੱਗੀ ਹੋਣੀ ਹੈ। ਲੈ ਮਰਦਾਨਿਆਂ ਇਹ ਫਲ ਛਕ ਲੈ। ਮਾਨ ਬਚਨ ਲੀਨੇ ਕਰ ਮਾਈ। ਭਾਈ ਸਾਹਿਬ ਭਾਈ ਮਰਦਾਨਾ ਜੀ ਨੇ 7 ਬਚਨ ਕਹਿ ਕੇ ਉਹ ਫਲ ਛਕ ਲਏ। ਖਾਨ ਲਗਿਓ ਹੈ ਮధుਰ ਸਰਾਹੀ। ਜਦੋਂ ਫਲ ਖਾਣ ਲੱਗੇ ਤੇ ਫਲ ਬੜੇ ਮਿੱਠੇ, ਬੜੇ ਸਵਾਦੀ, ਬੜੇ ਰਸ ਵਾਲੇ, ਤਾਜੇ ਤਾਜੇ ਫਲ ਆਏ ਸਨ। ਖਾਏ ਬੋਤ ਜਬਈ ਤ੍ਰਿਪਤਾਨਾ। ਭਾਈ ਮਰਦਾਨਾ ਜੀ ਨੇ ਚੰਗੇ ਵਧੀਆ ਫਲ ਜਿਹੜੇ ਸਨ ਉਹ ਖਾਧੇ, ਖਾ ਕੇ ਚੰਗੀ ਤਰ੍ਹਾਂ ਪੇਟ ਭਰ ਲਿਆ। ਉਨ ਅਗਰਜ ਕੀਨੋ ਪ੍ਰਸਥਾਨਾ। ਔਰ ਫਿਰ ਉਥੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਾਲ ਲਿਆ ਭਾਈ ਬਾਲੇ ਮਰਦਾਨੇ ਨੂੰ, ਇੱਥੋਂ ਅੱਗੇ ਨੂੰ ਕੂਚ ਕੀਤਾ, ਚੱਲ ਪਏ। ਕਹੂੰ ਸਿੰਧ ਆਵੇ ਮਗਮਾਈ। ਤੁਰੇ ਜਾਂਦੇ ਐ ਸਾਹਿਬ, ਕਿਤੇ ਸਮੁੰਦਰ ਆਉਂਦਾ ਰਸਤੇ 'ਚ, ਕਿਤੇ ਸਮਤਲ ਧਰਤੀ ਆਉਂਦੀ ਐ, ਕਿਤੇ ਪਹਾੜ ਆਉਂਦੇ ਐ,
ਪੰਡਤ ਹਰਦਿਆਲ ਨੇ ਕਿਹਾ ਸੀ ਬਾਬਾ ਜੀ ਨੂੰ, ਪਿਤਾ ਮਹਿਤਾ ਕਾਲੂ ਜੀ ਨੂੰ, ਆਖਿਆ ਤੁਹਾਡੇ ਗ੍ਰਹਿ ਵਿਖੇ ਜਿਹੜਾ ਇਹ ਬਾਲਕ ਜਨਮਿਆ ਨਾ, ਇਹਨੂੰ ਪਹਾੜ, ਧਰਤੀ, ਸਮੁੰਦਰ, ਆਕਾਸ਼ ਜਿੱਧਰ ਜਾਣਗੇ ਹਰ ਪਾਸੇ ਇਹਨਾਂ ਨੂੰ ਰਾਹ ਮਿਲੇਗਾ, ਕੋਈ ਇਹਨਾਂ ਦਾ ਰਸਤਾ ਨਹੀਂ ਰੋਕ ਸਕੇਗਾ। ਤੋ ਗਰੀਬ ਨਵਾਜ਼ ਜੇ ਸਮੁੰਦਰ ਤੇ ਜਾਂਦੇ ਤੇ ਸਮੁੰਦਰ ਦੇ ਉੱਤੇ ਜਲ ਤੇ ਟੁਰਦੇ ਚਲੇ ਜਾਂਦੇ, ਪਹਾੜਾਂ 'ਚ ਜਾਂਦੇ ਪਹਾੜ ਵੀ ਰਾਹ ਦਿੰਦੇ ਸਤਿਗੁਰਾਂ ਨੂੰ ਲੰਘਣ ਵਾਸਤੇ। ਤੋ ਇਹ ਗਰੀਬ ਨਵਾਜ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਲਾ ਹੈ। ਕਹੂੰ ਟਾਪੂ ਤਰਨੀ ਪਰ ਜਾਈ, ਕਿਤੇ ਟਾਪੂ ਆਉਂਦੇ, ਕਈ ਥਾਵਾਂ ਤੇ ਮਹਾਰਾਜ ਜੀ ਕਿਸ਼ਤੀਆਂ ਤੇ ਵੀ ਬਹਿੰਦੇ, ਬੇੜੇ ਚੱਲਦੇ, ਜਿਹੜੇ ਜਹਾਜ਼ ਚੱਲਦੇ ਸਮੁੰਦਰਾਂ 'ਚ, ਉਹਨਾਂ ਜਹਾਜ਼ਾਂ ਤੇ ਬਹਿ ਕੇ ਵੀ ਸਤਿਗੁਰੂ ਜੀ ਜਾਂਦੇ ਹਨ। ਕਿਤਕ ਦਿਵਸ ਜਬ ਕੀਨ ਪਿਆਨਾ, ਇਸੇ ਤਰ੍ਹਾਂ ਕੁਝ ਦਿਨ ਚਲਦਿਆਂ ਚਲਦਿਆਂ ਜਦੋਂ ਬੀਤ ਗਏ, ਸ਼ੁਦਾ ਸੰਗ ਬੇਬਲ ਮਰਦਾਨਾ, ਜੰਗਲ 'ਚ ਟੁਰੇ ਜਾਂਦੇ ਨੇ ਤੇ ਭੁੱਖ ਦੇ ਨਾਲ ਭਾਈ ਮਰਦਾਨਾ ਜੀ ਵਿਆਕੁਲ ਹੋ ਗਏ। ਕਈ ਦਿਨ ਹੋ ਗਏ ਭੋਜਨ ਨਹੀਂ ਛਕਣ ਨੂੰ ਪ੍ਰਾਪਤ ਹੋਇਆ, ਬਸ ਉਹ ਫਲ ਖਾਦੇ ਸੀ ਪਿੱਛੇ, ਉਸ ਤੋਂ ਬਾਅਦ ਭੋਜਨ ਨਹੀਂ ਸੀ ਮਿਲਿਆ। ਤੋ ਕਈ ਦਿਨ ਜਦੋਂ ਚਲਦਿਆਂ ਚਲਦਿਆਂ ਬੀਤ ਗਏ, ਤਬ ਕਾਨਨ ਆਵਾ ਇੱਕ ਭਾਰੀ, ਕਹਿੰਦੇ ਇੱਕ ਜੰਗਲ ਆਇਆ, ਬੜਾ ਭਿਆਨਕ ਖੌਫਨਾਕ ਮੰਜ਼ਰ ਸੀ ਉਸ ਜੰਗਲ ਦਾ। ਸਫਲ ਬਿਟਪੈ ਜਾਸ ਮਝਾਰੀ, ਉਸ ਜੰਗਲ 'ਚ ਜਿਹੜੇ ਦਰਖਤ ਨੇ ਉਹ ਫਲਦਾਰ ਲੱਗੇ ਹੋਏ ਐ, ਫਲ ਲੱਗੇ ਹੋਏ ਨੇ ਜੰਗਲ ਦੇ ਵਿੱਚ। ਪੁਸ਼ਪਨ ਪਤਰਨ ਸੋ ਬਹੁ ਸੁੰਦਰ, ਔਰ ਉਹਨਾਂ ਦਰਖਤਾਂ ਦੇ ਉੱਤੇ ਫਲ ਵੀ ਨੇ, ਫੁੱਲ ਵੀ ਨੇ, ਬੜੇ ਸੋਹਣਾ ਕਹਿੰਦੇ ਜੰਗਲ ਹੈ ਜਿਹਦੇ 'ਚ ਫਲ ਫੁੱਲ ਭਰੇ ਹੋਏ ਨੇ। ਗਮਨੇ ਸ਼੍ਰੀ ਗੁਰ ਤੈ ਕੇ ਅੰਦਰ, ਉਸ ਜੰਗਲ ਵਿੱਚ ਸਤਿਗੁਰੂ ਜੀ ਟੁਰੇ ਜਾਂਦੇ ਹਨ। ਹਰੇ ਤਰੋਵਰ ਬ੍ਰਿੰਦ ਉਤੰਗਾ, ਬੜੇ ਬੜੇ ਉੱਚੇ ਲੰਮੇ ਦਰਖਤ ਖੜੇ ਨੇ ਜੰਗਲ ਵਿੱਚ। ਜੈ ਬਨ ਮੈਨੇ ਏਕ ਬਿਹੰਗਾ, ਪਰ ਹੈਰਾਨੀ ਕੀ ਹੈ, ਜੰਗਲ ਬੜਾ ਵੱਡਾ ਹੈ ਪਰ ਜੰਗਲ ਵਿੱਚ ਕੋਈ ਪੰਛੀ ਨਜ਼ਰ ਨਹੀਂ ਆ ਰਿਹਾ। ਕਿ ਤਾਂ ਫਲਦਾਰ ਫੁੱਲਾਂ ਵਾਲੇ ਜੰਗਲ ਵਿੱਚ ਤਾਂ ਪੰਛੀ ਚੋਂ ਚਹਾਉਂਦੇ ਆ ਚਾਰੇ ਪਾਸੇ। ਕਹਿੰਦੇ ਹੈਰਾਨੀ ਇਹ ਹੈ ਇਸ ਜੰਗਲ ਵਿੱਚ ਕਿ ਕੋਈ ਪੰਛੀ ਉੱਡਦਾ ਨਜ਼ਰ ਨਹੀਂ ਆਉਂਦਾ। ਜੰਬਕ ਕੇਹਰ ਬ੍ਰਿਕ ਨਾ ਕੁਰੰਗਾ, ਉੱਥੇ ਜੰਗਲ ਵਿੱਚ ਜਾਨਵਰ ਹੁੰਦੇ ਆ, ਗਿੱਦੜ ਹੁੰਦੇ ਨੇ, ਹਿਰਨ ਹੁੰਦੇ ਐ, ਸ਼ੇਰ ਹੁੰਦੇ, ਕਿ ਭਾਂਤ ਭਾਂਤ ਦੇ ਜੰਗਲੀ ਜਾਨਵਰ। ਕਹਿੰਦੇ ਜੰਗਲ ਦਾ ਕੋਈ ਜਾਨਵਰ ਵੀ ਨਹੀਂ ਦਿਸਦਾ ਥੱਲੇ, ਨਾ ਕੋਈ ਹਿਰਨ ਨਜ਼ਰ ਆਉਂਦਾ, ਨਾ ਕੋਈ ਗਿੱਦੜ, ਨਾ ਕੋਈ ਸ਼ੇਰ। ਕਹਿੰਦੇ ਨਾ ਪੰਛੀ ਨਜ਼ਰ ਆਉਂਦੇ ਐ, ਨਾ ਹੀ ਜੰਗਲ ਵਿੱਚ ਕੋਈ ਜਾਨਵਰ ਨਜ਼ਰ ਆ ਰਿਹਾ ਹੈ। ਸੂਕਰ ਸਸਾ ਨਾ ਰੋਜ ਮਤੰਗਾ, ਨਾ ਕੋਈ ਸੂਰ ਦਿਸਦਾ, ਨਾ ਕੋਈ ਹਾਥੀ ਦਿਸਦਾ, ਤੇ ਨਾ ਹੀ ਕੋਈ ਹੋਰ ਜਿਹੜੇ ਜੰਗਲੀ ਜਾਨਵਰ ਨੇ ਸਹੇ ਵਗੈਰਾ ਰੋਜ਼, ਉਹ ਵੀ ਨਜ਼ਰ ਨਹੀਂ ਆਉਂਦੇ। ਜੀਵ ਨਾਮ ਜੈ ਮੈਨੇ ਕੋਈ, ਗੱਲ ਕੀ ਵੀ ਜੀਵ ਨਾਮ ਦੀ ਵਸਤੂ ਕੋਈ ਨਹੀਂ ਉੱਥੇ ਜੰਗਲ 'ਚ, ਜੀਵ ਨਾਮ ਦੀ ਕੋਈ ਵਸਤੂ ਕੋਈ ਨਹੀਂ। ਬਗੀਚੇ ਜ਼ਰੂਰ ਨੇ, ਜੰਗਲਾਂ ਵਿੱਚ ਫਲ ਬੜੇ ਲੱਗੇ ਹੋਏ, ਜੰਗਲ 'ਚ ਦਰਖਤ ਬੜੇ ਲੱਗੇ ਹੋਏ, ਬੜੇ ਸੁੰਦਰ, ਪਰ ਨਾ ਕੋਈ ਪਸ਼ੂ ਨਜ਼ਰ ਆਉਂਦਾ, ਨਾ ਕੋਈ ਪੰਛੀ ਨਜ਼ਰ ਆਉਂਦਾ। ਜੀਵ ਨਾਮ ਦੀ ਕੋਈ ਵਸਤੂ ਨਹੀਂ ਦਿਸਦੀ। ਪਰ ਉਹ ਸ਼ੂਨ ਚੋਂ ਦਿਸ਼ ਤੇ ਸੋਈ, ਸੁੰਨ ਮਸੁੰਨ ਹੋਈ ਪਈ ਆ ਚਾਰੇ ਪਾਸੇ। ਜੰਗਲ ਬੜਾ ਭਿਆਨਕ, ਦੂਰ ਦੂਰ ਤੱਕ ਉਹ ਸਰਨਾਟੇ ਦੀ ਆਵਾਜ਼ ਸੁਣਾਈ ਦਿੰਦੀ ਹੈ। ਤਾਂ ਮੈਂ ਪਿਕ ਛਾਇਆ ਰਮਣੀਕਾ, ਉਸੇ ਜੰਗਲ ਵਿੱਚ ਇੱਕ ਜਗ੍ਹਾ ਵੇਖ ਕੇ ਸੋਹਣੀ ਰਮਣੀਕ, ਬੈਠ ਗਏ ਬੇਦੀ ਕੁਲ ਟੀਕਾ, ਬੇਦੀਆਂ ਦੀ ਕੁਲ ਦੇ ਸ਼੍ਰੋਮਣੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਬੈਠ ਗਏ, ਪਾਤਸ਼ਾਹ ਜੀ ਸਜ ਗਏ। ਇੱਕ ਮਹੂਰਤ ਬੀਤਾ ਜਬਈ, ਬੈਠਿਆਂ ਬੈਠਿਆਂ ਤਕਰੀਬਨ ਇੱਕ ਮਹੂਰਤ ਦਾ ਸਮਾਂ ਮਹਾਰਾਜ ਜੀ ਨੂੰ ਬੀਤ ਗਿਆ। ਬੋਲਿਓ ਮਰਦਾਨਾ ਬਚ ਤਬਈ, ਕੁਝ ਸਮਾਂ ਜਦੋਂ ਬੈਠਿਆਂ ਬੀਤਿਆ ਤੇ ਭਾਈ ਮਰਦਾਨਾ ਜੀ ਸਾਹਿਬ ਜੀ ਨੂੰ ਪੁੱਛਣ ਲੱਗੇ ਬੋਲ ਕੇ, ਛੁਦਾ ਸੰਗ ਬੇਬਲ ਮਮ ਪ੍ਰਾਨਾ, ਮਹਾਰਾਜ ਭੁੱਖ ਨਾਲ ਮੇਰੇ ਪ੍ਰਾਣ ਬੇਬਲ ਹੋ ਰਹੇ ਨੇ, ਭੁੱਖ ਨਾਲ ਮੇਰੇ ਪ੍ਰਾਣ ਬੜੇ ਬੇਬਲ ਹੋ ਰਹੇ ਹਨ। ਆਇਸ ਦਿਓ ਕਰੋ ਫਲ ਖਾਨਾ, ਮਹਾਰਾਜ ਜੀ ਆਗਿਆ ਦਿਓ ਕਿ ਆ ਫਲ ਲੱਗੇ ਨੇ ਦਰਖਤਾਂ ਤੇ ਮੈਂ ਜਾ ਕੇ ਫਲ ਤੋੜ ਕੇ ਛਕ ਲਵਾਂ। ਕਿਤਕ ਦਿਵਸ ਬੀਤੇ ਬਿਨ ਖਾਏ, ਕਈ ਦਿਨ ਬੀਤ ਗਏ ਨੇ ਮਹਾਰਾਜ, ਕੁਝ ਛਕਣ ਨੂੰ ਨਹੀਂ ਮਿਲਿਆ। ਆ ਬੜੇ ਸੋਹਣੇ ਦਰਖਤ ਲੱਗੇ ਆ, ਫਲ ਲੱਗੇ ਨੇ ਮਹਾਰਾਜ ਮਿੱਠੇ ਮਿੱਠੇ,
ਤੇ ਵੇਖੋ ਇਹ ਵੀ ਭਾਈ ਮਰਦਾਨਾ ਜੀ ਦੀ ਸਤਿਗੁਰਾਂ ਦੇ ਪ੍ਰਤੀ ਵਫਾਦਾਰੀ ਇਮਾਨਦਾਰੀ ਕਿ ਆਗਿਆ ਲਏ ਬਿਨਾਂ ਨਹੀਂ ਗਏ, ਆਗਿਆ ਮੰਗਦੇ ਆ। ਮਹਾਰਾਜ ਜੀ ਆਗਿਆ ਦੇ, ਮੈਂ ਇਹ ਜਿਹੜੇ ਦਰਖਤਾਂ ਤੇ ਫਲ ਲੱਗੇ ਆ ਤੋੜ ਕੇ ਛਕ ਲਵਾਂ, ਤੁਹਾਡੇ ਵਾਸਤੇ ਵੀ ਲੈ ਆਵਾਂ। ਤੇ ਮਹਾਰਾਜ ਜੀ ਕਈ ਦਿਨ ਹੋ ਗਏ ਨੇ ਭੋਜਨ ਨਹੀਂ ਛਕਿਆ। ਨੈ ਆਹਾਰ ਮਗ ਮੈਂ ਕਹਿ ਥਾਈ। ਮਹਾਰਾਜ ਰਸਤੇ ਵਿੱਚ ਕਿਤੇ ਵੀ ਭੋਜਨ ਨਹੀਂ ਮਿਲਿਆ, ਕਿਤੇ ਵੀ ਆਹਾਰ ਦੀ ਪ੍ਰਾਪਤੀ ਨਹੀਂ ਹੋਈ। ਇਸ ਬਨ ਮੈਂ ਦੀਸੇ ਫਲ ਰੂਰੇ। ਮਹਾਰਾਜ ਸੋਹਣਾ ਬਾਗ ਹੈ, ਸੋਹਣੇ ਦਰਖਤ ਲੱਗੇ ਨੇ, ਬੜੇ ਬੜੇ ਵਧੀਆ ਫਲ ਨਜ਼ਰ ਆਉਂਦੇ ਨੇ, ਮధుਰ ਵਿਸਾਲ ਰਸਨ ਕੇ ਪੂਰੇ। ਮਹਾਰਾਜ ਵੇਖਣ ਨੂੰ ਜਾਪਦਾ ਵੀ ਮਿੱਠੇ ਫਲ ਨੇ, ਰਸਾਂ ਨਾਲ ਭਰੇ ਹੋਏ ਨੇ। ਸ਼੍ਰੀ ਨਾਨਕ ਸੁਨ ਬਚਨ ਬਖਾਨਾ। ਭਾਈ ਮਰਦਾਨਾ ਜੀ ਦੀ ਬੇਨਤੀ ਸੁਣ ਕੇ ਜਗਤ ਗੁਰੂ ਬਾਬਾ ਜੀ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ, ਕਿਉਂਕਿ ਸਤਿਗੁਰਾਂ ਨੇ ਭੁੱਖ ਉੱਥੇ ਹੀ ਲਾਣੀ ਹੁੰਦੀ ਸੀ ਮਰਦਾਨੇ ਨੂੰ ਜਿੱਥੇ ਕੋਈ ਖੇਡ ਵਰਤਾਣੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਜਿੱਥੇ ਸਤਿਗੁਰਾਂ ਨੇ ਕੋਈ ਕਲਾ ਵਰਤਾਣੀ ਹੁੰਦੀ ਸੀ ਨਾ, ਕਿਸੇ ਜੀਵ ਨੂੰ ਤਾਰਨਾ ਹੁੰਦਾ ਹੈ। ਇਹ ਮੋਬਾਈਲਾਂ ਵਾਲੇ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ, ਚਰਨਾਂ ਵਿੱਚ ਹੱਥ ਜੋੜ ਕੇ ਵੀ ਜਿੰਨੀ ਵੀ ਸੰਗਤ ਗੁਰੂ ਸਾਹਿਬ ਦੇ ਚਰਨਾਂ 'ਚ ਆਉਂਦੀ ਹੈ, ਚਾਹੇ ਕੋਈ ਟੀਵੀ ਰਾਹੀਂ ਸੁਣ ਰਿਹਾ ਹੋਵੇ ਤੇ ਕਿਤੇ ਵੀ ਬਹਿ ਕੇ ਸੁਣ ਰਹੇ ਹੋ, ਜਦੋਂ ਗੁਰੂ ਘਰ ਆਉਂਦੇ ਹੋ ਉਦੋਂ ਦਇਆ ਰੱਖਿਆ ਕਰੋ, ਦ੍ਰਿਸ਼ਟੀ ਰੱਖਿਆ ਕਰੋ ਆਪਣੀ ਮਿਹਰ ਭਰੀ, ਕਿ ਆਪਣੇ ਮੋਬਾਈਲ ਫੋਨ ਬੰਦ ਕਰਕੇ ਆਇਆ ਕਰੋ, ਸਾਇਲੈਂਟ ਕਰਕੇ ਆਇਆ ਕਰੋ ਗੁਰੂ ਚਰਨਾਂ 'ਚ। ਸਤਿਗੁਰਾਂ ਦਾ ਭੈ ਮੰਨਿਆ ਕਰੋ, ਗੁਰੂ ਸਾਹਿਬ ਦਾ ਡਰ ਮੰਨਿਆ ਕਰੋ ਵੀ ਤੁਸੀਂ ਆਏ ਕਿੱਥੇ ਹੋ। ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦਾ ਬਚਨ ਹੈ, ਜਿਨ ਭੈ ਅਦਬ ਨਾ ਬਾਣੀ ਧਾਰਾ, ਜਾਨੋ ਸੋ ਸਿੱਖ ਨਹੀਂ ਹਮਾਰਾ। ਜਿਹੜਾ ਸਤਿਗੁਰਾਂ ਦਾ ਭੈ ਨਹੀਂ ਰੱਖਦਾ ਉਹ ਗੁਰੂ ਕਾ ਸਿੱਖ ਨਹੀਂ ਹੋ ਸਕਦਾ। ਉਹ ਸਿੱਖੀ ਦੇ ਭੇਖ ਵਿੱਚ ਛੁਪਿਆ ਹੋਇਆ ਦੰਭੀ ਹੋ ਸਕਦਾ ਹੈ, ਪਖੰਡੀ ਹੋ ਸਕਦਾ ਹੈ, ਉਹ ਗੁਰੂ ਕਾ ਸਿੱਖ ਨਹੀਂ ਹੋ ਸਕਦਾ। ਜਿੰਨੇ ਵੀ ਮੋਬਾਈਲਾਂ ਵਾਲੇ ਵੀਰ, ਅੱਜ ਤਾਂ ਬੱਚੇ ਬੱਚੇ ਕੋਲ ਮੋਬਾਈਲ ਹੈ, ਇਹ ਬੇਨਤੀ ਖਾਸ ਕਰਕੇ ਸੁਣੋ। ਪੂਰੇ ਵਿਸ਼ਵ ਭਰ ਵਿੱਚ ਜਿਤਨੇ ਵੀ ਸਤਿਗੁਰਾਂ ਦੇ ਅਸਥਾਨ ਨੇ, ਜਦੋਂ ਵੀ ਗੁਰੂ ਦਰਬਾਰ 'ਚ ਜਾਓ ਆਪਣੇ ਮੋਬਾਈਲ ਫੋਨਾਂ ਦੀਆਂ ਘੰਟੀਆਂ ਬੰਦ ਕਰਕੇ ਜਾਇਆ ਕਰੋ, ਕਥਾ ਕੀਰਤਨ ਜਦੋਂ ਹੋ ਰਿਹਾ ਹੋਵੇ। ਕਿਸੇ ਨੂੰ ਜੋੜਨ ਦਾ ਫਲ ਹੈ, ਤੋੜਨ ਦਾ ਜਿਹੜਾ ਪਾਪ ਹੈ ਉਹ ਬੜਾ ਵੱਡਾ ਪਾਪ ਹੈ। ਉਹ ਲੋਕ ਪਰਲੋਕ ਦੋਹਾਂ ਜਹਾਨਾਂ ਦੇ ਵਿੱਚ ਸੁਰਖਰੂ ਨਹੀਂ ਹੋ ਸਕਦਾ। ਦੋਵੇਂ ਜਹਾਨ ਉਹਦੇ ਵਿਗੜ ਜਾਂਦੇ ਆ ਜਿਹੜਾ ਕਿਸੇ ਨੂੰ ਤੋੜੇ। ਇਸ ਕਰਕੇ ਭਾਈ ਇਹ ਸੁਚੇਤ ਹੋ ਕੇ, ਮੈਂ ਕਈ ਦਿਨਾਂ ਤੋਂ ਬੇਨਤੀ ਕਰਨਾ ਚਾਹੁੰਦਾ ਸੀ, ਸੋਚੀ ਜਾਂਦੇ ਸੀ ਵੀ ਚਲੋ ਸ਼ਾਇਦ ਕਿਸੇ ਨੂੰ ਸਮਝ ਪੈ ਜੇ। ਇਹ ਸੁਚੇਤ ਹੋ ਜੋ ਅੱਗੇ ਵਾਸਤੇ। ਹਾਂਜੀ ਪੜੋ ਦੁਬਾਰਾ। ਸ਼੍ਰੀ ਨਾਨਕ ਸੁਨ ਬਚਨ ਬਖਾਨਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਬੈਠੋ ਹਮਰੇ ਟਿਗ ਮਰਦਾਨਾ। ਮਰਦਾਨਿਆ ਨਾ ਜਾਈ ਇਸ ਜੰਗਲ ਵਿੱਚ, ਸਾਡੇ ਕੋਲ ਇੱਥੇ ਹੀ ਬੈਠਾ ਰਹੀਂ। ਇਸ ਬਨ ਕੋ ਨੀਕੋ ਨੈ ਲਖੀਏ। ਇਹ ਜੰਗਲ ਚੰਗਾ ਨਹੀਂ ਜੇ, ਕਿਤੇ ਤੂੰ ਸਮਝਦਾ ਹੋਵੇਂ ਵੀ ਬੜੇ ਸੋਹਣੇ ਫਲ ਲੱਗੇ ਆ ਜੰਗਲ 'ਚ। ਇਹ ਜੰਗਲ ਚੰਗਾ ਨਹੀਂ ਹੈ। ਚਹੂ ਔਰ ਤੇ ਸ਼ੂਨੋ ਪਿਖੀਏ। ਤੂੰ ਵੇਖਿਆ ਨਹੀਂ ਇਸ ਜੰਗਲ ਦੀ ਹੈਰਾਨੀ? ਵੇਖ, ਕੋਈ ਪਸ਼ੂ ਪੰਛੀ ਦਿਸਦਾ ਇਸ ਜੰਗਲ 'ਚ? ਕੋਈ ਜਾਨਵਰ ਨਜ਼ਰ ਆਉਂਦਾ ਇਸ ਜੰਗਲ ਵਿੱਚ? ਵੇਖ ਚਾਰੇ ਪਾਸੇ ਸੁੰਨਮ ਸੁੰਨ ਪਈ ਹੋਈ ਐ। ਪਸ਼ੂ ਨਾ ਪੰਖੀ ਦੇਤ ਦਿਖਾਈ। ਨਾ ਕੋਈ ਪਸ਼ੂ ਦਿਸਦਾ ਇੱਥੇ, ਨਾ ਕੋਈ ਪੰਛੀ ਨਜ਼ਰ ਆਉਂਦਾ। ਜੈ ਮਨੁੱਖ ਕੋ ਖੋਜ ਨ ਪਾਈ। ਜਿੱਥੇ ਕੋਈ ਮਨੁੱਖ ਤਾਂ ਕੀ ਦਿਸਣਾ, ਪਸ਼ੂ ਪੰਛੀ ਵੀ ਨਜ਼ਰ ਨਹੀਂ ਆਉਂਦੇ। ਤਰ ਧੀਰਜ ਕੋ ਬੈਠ ਸਮੀਪਾ। ਇਹ ਜੰਗਲ ਜਿੰਨਾ ਸ਼ਾਂਤ ਤੈਨੂੰ ਨਜ਼ਰ ਆਉਂਦਾ ਨਾ, ਓਨਾ ਹੀ ਭਿਆਨਕ ਹੈ ਮਰਦਾਨਿਆ। ਇਹ ਜਿੰਨਾ ਸ਼ਾਂਤ ਹੈ ਨਾ, ਇਹਦੇ ਵਿੱਚ ਉਤਨੀ ਜ਼ਿਆਦਾ ਭਿਆਨਕਤਾਈ ਹੈ। ਇਸ ਕਰਕੇ ਮੇਰੇ ਕੋਲ ਬਹਿ ਕੇ ਰੱਬ ਰੱਬ ਕਰੀ ਚੱਲ, ਕਰਤਾਰ ਦਾ ਭਜਨ ਕਰੀ ਚੱਲ, ਨਾ ਜਾਈ ਕਿਤੇ। ਪੁਨ ਚੁੱਪ ਪੇ ਬੇਦੀ ਕੁਲ ਦੀਪਾ। ਇਹ ਕਹਿ ਕੇ ਬੇਦੀਆਂ ਦੀ ਕੁਲ ਦੇ ਦੀਪ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਚੁੱਪ ਕਰ ਗਏ। ਸੁਨ ਰਿਸ ਜਗੀ ਅਧਿਕ ਮਰਦਾਨੇ। ਭਾਈ ਮਰਦਾਨਾ ਜੀ ਨੇ ਜਦੋਂ ਸਾਹਿਬ ਦੇ ਬਚਨ ਸੁਣੇ, ਗੁੱਸੇ 'ਚ ਆ ਗਏ, ਖਿੱਝ ਗਏ ਭੁੱਖ ਦੇ ਨਾਲ। ਖਿੱਝ ਕੇ ਨਿਸ਼ਠੁਰ ਬਚਨ ਬਖਾਨੇ। ਖਿੱਝ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਭਾਈ ਮਰਦਾਨਾ ਜੀ ਨੇ ਕਠੋਰ ਸ਼ਬਦ ਕਹੇ। ਮਹਾਰਾਜ ਜੀ ਆਪ ਹੀ ਕਹਾਉਂਦੇ ਆ ਭਾਈ ਮਰਦਾਨਾ ਜੀ ਨੂੰ, ਜਿਵੇਂ ਪ੍ਰੇਰਨਾ ਸਾਹਿਬ ਨੇ ਉਦਾਂ ਹੀ ਚੱਲਣਾ ਨਾ। ਇਹ ਮਹਾਰਾਜ ਜੀ ਦੀ ਲੀਲਾ ਹੈ। ਕਹਿੰਦੇ ਭਾਈ ਮਰਦਾਨਾ ਜੀ ਨੂੰ
ਮਹਾਰਾਜ ਜੀ ਨੇ ਕਲਾ ਵਰਤਾ ਦਿੱਤੀ। ਉਸ ਵੇਲੇ ਭਾਈ ਸਾਹਿਬ ਥੋੜਾ ਜਿਹਾ ਖਿਝ ਕੇ ਕਠੋਰ ਬੋਲੇ, ਜੈ ਆਹਾਰ ਆਵਤ ਕਰ ਮੇਰੇ। ਮਹਾਰਾਜ ਜੀ ਤੁਹਾਡਾ ਮੇਰੇ ਨਾਲ ਕੋਈ ਵੈਰ ਹੈ? ਕਹਿੰਦਾ ਮਹਾਰਾਜ ਤੁਹਾਡੀ ਕੋਈ ਮੇਰੇ ਨਾਲ ਦੁਸ਼ਮਣੀ ਹੈ? ਜਿੱਥੇ ਕਿਤੇ ਮੇਰੇ ਹੱਥ 'ਚ ਭੋਜਨ ਆਉਂਦਾ ਹੈ ਵਰਜੈ ਤੈਨ ਜਾਨ ਨ ਨੇਰੇ। ਮਹਾਰਾਜ ਉੱਥੇ ਤੁਸੀਂ ਵਰਜ ਦਿੰਦੇ ਹੋ, ਜਾਣ ਨਹੀਂ ਦਿੰਦੇ। ਨੇੜੇ ਆ ਫਲ ਲੱਗੇ ਨੇ ਸਾਹਮਣੇ, ਤੋੜ ਕੇ ਲਿਆਉਣੇ। ਇੱਥੇ ਕੀ ਭਿਆਨਕ ਹੋਣਾ ਵੀ ਇਹ ਫਲ ਲੱਗੇ ਨੇ, ਮਹਾਰਾਜ ਤੋੜ ਕੇ ਲੈ ਆਵਾਂਗਾ। ਸਤਿਗੁਰੂ ਜੀ ਨੂੰ ਪਤਾ ਸੀ ਵੀ ਮਰਦਾਨਾ ਫਲ ਤੋੜਦਾ। ਜਦੋਂ ਫਲਦਾਰ ਬਹੁਤੇ ਦਰਖਤ ਲੱਗੇ ਹੋਣ ਨਾ, ਬੰਦਾ ਇੱਕ ਦਰਖਤ ਤੋਂ ਦੂਜੇ ਤੋਂ ਉਹਦੇ ਤੇ ਵਧੀਆ ਨੇ, ਉਹਦੇ ਤੇ ਵਧੀਆ ਨੇ, ਅੱਗੇ ਤੱਕ ਲੰਘ ਜਾਂਦਾ। ਮਹਾਰਾਜ ਜੀ ਤਾਂ ਵਰਜਦੇ ਸੀ ਵੀ ਇਹਨੇ ਅੱਗੇ ਤਾਂ ਹੀ ਚਲਿਆ ਜਾਣਾ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਜਿੱਥੇ ਭੋਜਨ ਹੱਥ ਲੱਗਦਾ ਮੈਨੂੰ, ਉੱਥੋਂ ਵੀ ਤੁਸੀਂ ਵਰਜਦੇ ਹੋ, ਰੋਕਦੇ ਹੋ। ਮਨੋ ਬੈਰ ਕਰ ਮਾਰਤ ਮੋਈ। ਜਾਪਦਾ ਮੇਰੇ ਨਾਲ ਤੁਸੀਂ ਦੁਸ਼ਮਣੀ ਕਰਕੇ ਤੇ ਮੈਨੂੰ ਮਾਰਨਾ ਚਾਹੁੰਦੇ ਹੋ ਭੁੱਖ ਨਾਲ, ਵੀ ਮੈਂ ਭੁੱਖ ਨਾਲ ਮਰ ਜਾਵਾਂ। ਇਹ ਵੈਰ ਤੁਸੀਂ ਮੇਰੇ ਨਾਲ ਕਰਦੇ ਹੋ। ਕਿਉਂ ਜੀਵਨ ਜਗ ਮੈਂ ਅਬ ਹੋਈ। ਤੇ ਜੇ ਖਾਣ ਨੂੰ ਮਿਲੇਗਾ ਹੀ ਨਹੀਂ ਤੇ ਕਿਵੇਂ ਮੇਰਾ ਜੀਵਨ ਹੋਵੇਗਾ ਜਗਤ ਵਿੱਚ? ਕਹਾਂ ਖੁਦਾਏ ਮੁਝੇ ਮ੍ਰਿਤ ਦੀਨੀ। ਕਹਿੰਦੇ ਰੱਬਾ ਹੇ ਖੁਦਾ ਕਿੱਥੇ ਲਿਆ ਕੇ ਮਾਰਨ ਲੱਗਾ? ਕਿਹੋ ਜਿਹਾ ਜੰਗਲ ਹੈ, ਕਿੱਥੇ ਲਿਆ ਕੇ ਮਾਰਨ ਲੱਗਾ ਮੈਨੂੰ? ਰਹੇ ਦੇ ਜੈ ਖਪਨ ਬਹੀਨੀ। ਇੱਥੇ ਤਾਂ ਖੱਫਣ ਵੀ ਨਹੀਂ ਮਿਲਣਾ ਉੱਤੇ ਸਰੀਰ ਨੂੰ, ਮੇਰੀ ਦੇਹ ਨੂੰ ਇੱਥੇ ਖੱਫਣ ਤੱਕ ਵੀ ਨਸੀਬ ਨਹੀਂ ਹੋਣਾ ਜਿੱਥੇ ਲਿਆਂਦਾ ਹੈ। ਨਹੀਂ ਗੋਰ ਮੇਰੀ ਕਿਨ ਕਰਨੀ। ਇੱਥੇ ਨਹੀਂ ਮੇਰੀ ਕਿਸੇ ਗੋਰ ਮੜੀ ਕਬਰ ਬਣਾਉਣੀ। ਯੋਂ ਹੀ ਪਰਿਓ ਰਹੋ ਗੋ ਧਰਨੀ। ਇੱਥੇ ਹੀ ਪਿਆ ਰਹਿ ਜਾਣਾ ਧਰਤੀ ਤੇ ਇਹਨਾਂ ਨੇ ਛੱਡ ਕੇ ਟੁਰ ਜਾਣਾ ਦੋਵਾਂ ਜਣਿਆਂ ਨੇ ਮੈਨੂੰ। ਇੱਥੇ ਹੀ ਪਿਆ ਰਹਿ ਜਾਣਾ ਇਹ ਸਰੀਰ, ਇੱਥੇ ਹੀ ਗਲ ਗੁਲ ਜਾਣਾ। ਹੋ ਤੋ ਡੂਮ ਕਰਤ ਗੁਜਰਾਨਾ। ਮੈਂ ਚੰਗਾ ਭਲਾ ਮਰਾਸ਼ੀ ਸੀ ਬੇਦੀਆਂ ਦਾ, ਚੰਗੀ ਵਧੀਆ ਗੁਜਰਾਨ ਕਰਦਾ ਸੀ, ਚੰਗਾ ਖਾਣਾ, ਚੰਗਾ ਹੰਡਾਉਣਾ, ਵਧੀਆ ਚੁਕੰਗਾ ਗੁਜ਼ਾਰਾ ਚੱਲਦਾ ਸੀ। ਮੰਗ ਮੰਗੇ ਆਪਣੇ ਜਜਮਾਨਾ। ਆਪਣੇ ਜਜਮਾਨਾਂ ਦੇ ਕੋਲੋਂ ਮੰਗ ਕੇ ਲੈ ਆਉਂਦਾ ਸੀ। ਬੈਠਿਓ ਸਦਨ ਸਭੇ ਸੁਖ ਪਾਵਤ। ਔਰ ਘਰ ਬੈਠਾ ਸਾਰੇ ਸੁੱਖ ਪਾਉਂਦਾ ਸੀ, ਜੋ ਚਾਹੀਦਾ ਹੁੰਦਾ ਸੀ ਆ ਜਾਂਦਾ ਸੀ। ਨਿਜ ਪਰਿਵਾਰ ਮਿਲਿਓ ਹਰ ਖਾਵਤ। ਆਪਣੇ ਟੱਬਰ ਨਾਲ, ਜੀਆਂ ਨਾਲ, ਬੱਚਿਆਂ ਨਾਲ, ਪਰਿਵਾਰ ਨਾਲ ਮਿਲ ਬੈਠਾ ਸੀ। ਉਜਰਿਓ ਹੁਤੋ ਆਪ ਏ ਕਰਤੇ। ਗੁਰੂ ਨਾਨਕ ਸਾਹਿਬ ਨੂੰ ਤਾਂ ਲੋਕ ਪਹਿਲਾਂ ਹੀ ਇਹਨਾਂ ਨੂੰ ਉਜੜਿਆ ਕਹਿੰਦੇ ਵੀ ਇਹ ਤਾਂ ਉਜੜੇ ਹੋਏ ਨੇ, ਇਹ ਤਾਂ ਆਪ ਤਾਂ ਉਜੜੇ ਹੀ ਹੋਏ ਸਨ। ਮੁਝੇ ਉਜਾਰਿਓ ਗੁਜਰ ਸੁ ਕਰਤੇ। ਮੈਂ ਚੰਗਾ ਭਲਾ ਗੁਜ਼ਾਰਾ ਕਰਦਾ ਸੀ, ਮੈਨੂੰ ਵੀ ਨਾਲ ਉਜਾੜ ਦਿੱਤਾ। ਮਹਾਰਾਜ ਜੀ ਭਲੇ ਬੰਦਿਆਂ ਨੂੰ ਕਹਿੰਦੇ ਜਾਓ ਉਜੜ ਜਾਓ। ਕਿਉਂ ਕਹਿੰਦੇ? ਵੀ ਜਾ ਕੇ ਹੋਰਾਂ ਦਾ ਭਲਾ ਕਰੋ। ਮਾੜਿਆਂ ਨੂੰ ਕਹਿੰਦੇ ਬਸਦੇ ਰਹੋ ਇੰਨੇ ਨਰਕ ਦੇ ਵਿੱਚ। ਆ ਥੋੜੀ ਜੀ ਜਗ੍ਹਾ 'ਚ ਤੁਸੀਂ ਬਾਹਰ ਜਾਓ ਹੀ ਨਾ, ਆਪਣੀਆਂ ਬਦ ਫੈਲੀਆਂ ਹੋਰ ਪਾਸੇ ਨਾ ਫੈਲਾਓ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਖੁਦਾ ਨੂੰ ਕਹਿੰਦੇ ਖੁਦਾ ਇਹ ਤਾਂ ਆਪ ਤਾਂ ਉਜੜੇ ਹੀ ਹੋਏ ਸੀ, ਮੈਨੂੰ ਵੀ ਚੰਗਾ ਭਲਾ ਵਸਦੇ ਰਸਦੇ ਨੂੰ ਉਜਾੜ ਕੇ ਲੈ ਆਏ ਨੇ ਨਾਲ। ਨਿਕਟ ਬਿਟਪ ਕੇ ਫਲ ਹੈ ਮੇਰੇ। ਆ ਨਾਲ ਦਰਖਤਾਂ ਦੇ ਉੱਤੇ ਫਲ ਲੱਗੇ ਹੋਏ ਨੇ। ਤ੍ਰਿਪਤੋਂ ਇਨਕੋ ਖਾਏ ਕਨੇਰੇ। ਇਹ ਖਾ ਕੇ ਮੈਂ ਚੰਗੀ ਤਰ੍ਹਾਂ ਰੱਜ ਸਕਦਾ, ਤ੍ਰਿਪਤ ਹੋ ਸਕਦਾ। ਇਹ ਰਜਾਏ ਮੁਝ ਦੇਤ ਨ ਕੈਸੇ। ਆ ਫਲ ਖਾਣ ਨੂੰ ਵੀ ਆਗਿਆ ਨਹੀਂ ਦਿੰਦੇ ਮੈਨੂੰ, ਇੱਥੇ ਵੀ ਜਾਣ ਤੋਂ ਰੋਕਦੇ ਨੇ। ਜਾਨਤ ਛੁਦਾ ਆਪਣੀ ਜੈਸੇ। ਇਹ ਆਪਣੇ ਵਰਗੀ ਛੁਦਾ ਸਮਝਦੇ ਐ, ਇਹਨਾਂ ਨੂੰ ਤਾਂ ਲੱਗਦੀ ਨਹੀਂ ਭੁੱਖ, ਤੇ ਮੈਨੂੰ ਵੀ ਆਪਣੇ ਵਰਗਾ ਸਮਝਦੇ ਹਨ। ਹੋ ਨਾ ਸਕੋ ਸਹਿ ਭੂਖ ਕਨੇਰੀ। ਮਹਾਰਾਜ ਮੇਰੇ ਕੋਲੋਂ ਨਹੀਂ ਸਹੀ ਜਾਂਦੀ ਇਹ ਭੁੱਖ, ਬੜੀ ਬਰਦਾਸ਼ਤ ਨਹੀਂ ਹੁੰਦੀ। ਇਨਕੋ ਹਸੀ ਸੁਹਾਵਤ ਮੇਰੀ। ਮੇਰੀ ਜਾਨ ਨਿਕਲਦੀ ਹੈ ਤੇ ਹਾਸਾ ਕਰਦੇ ਆ ਮੇਰੇ ਨਾਲ, ਇਹ ਮਖੌਲ ਕਰਦੇ, ਇਹਨਾਂ ਦਾ ਹਾਸਾ ਬਣਿਆ ਹੋਇਆ ਹੈ। ਪਇਓ ਚੁਦਾ ਤੁਰ ਜਾਣਤ ਨਾਈ। ਇਹ ਨਹੀਂ ਜਾਣਦੇ ਵੀ ਮੈਂ ਕਿੱਡਾ ਡਾਢਾ ਭੁੱਖਾ ਹਾਂ। ਫਲ ਨਾ ਖਾਨ ਦੇਵਤ ਬਰ ਜਾਹੀ। ਔਰ ਮੈਨੂੰ ਫਲ ਨਹੀਂ ਖਾਣ ਦਿੰਦੇ, ਵਰਜਦੇ ਹਨ, ਰੋਕਦੇ ਹਨ। ਅਸ ਪ੍ਰਕਾਰ ਖਿਜ ਕਹੇ ਅਯੋਗੂ। ਏਦਾਂ ਖਿਜ ਕੇ ਇਹ ਬੋਲ ਭਾਈ ਮਰਦਾਨੇ ਨੇ ਨਾ ਕਹਿਣ ਵਾਲੇ ਬੋਲ ਵੀ ਬੋਲੇ। ਕਾਨਨ ਗਮਨਿਓ ਬਿਨਾ ਨਿਯੋਗੂ। ਕਹਿੰਦਾ ਮੈਂ ਚੱਲਿਆ, ਮੈਂ ਨਹੀਂ ਰੁਕਦਾ। ਭਾਈ ਮਰਦਾਨਾ ਜੀ ਬਿਨਾਂ ਸਤਿਗੁਰਾਂ ਤੋਂ ਆਗਿਆ ਲਿਆ ਚਲੇ ਗਏ। ਖਾਨ ਲਗਿਓ ਫਲ ਮਧੁਰੇ ਸੁੰਦਰ। ਮਿੱਠੇ ਮਿੱਠੇ ਫਲ ਤੋੜਦੇ ਵੀ ਉਹ ਦਰਖਤ ਤੇ ਪਹਿਲਾਂ ਇੱਕ ਤੋਂ ਤੋੜ ਕੇ ਖਾਦਾ, ਫਿਰ ਦੂਜੇ ਤੇ ਤੀਜੇ ਤੇ ਅੱਗੇ ਤੱਕ ਜਾਈ ਜਾਂਦੇ ਜੰਗਲ 'ਚ, ਤੇ ਵਧੀਆ ਵਧੀਆ ਫਲ ਤੋੜਦਿਆਂ ਅੱਗੇ ਟੁਰੇ ਜਾਂਦੇ ਨੇ। ਲਾਲਚ ਲਗੇ ਗਇਓ ਬੋ ਅੰਦਰ। ਲਾਲਚ ਲੱਗ ਗਿਆ ਫਲਾਂ ਦਾ,
ਤੇ ਬਹੁਤ ਅੰਦਰ ਤੱਕ ਜੰਗਲ 'ਚ ਚਲੇ ਗਏ। ਉਤੋ ਦੈਂਤ ਇੱਕ ਤੈ ਪੈਕਾਰੀ। ਉਸ ਜੰਗਲ ਦੇ ਵਿੱਚ ਇੱਕ ਬੜਾ ਭੈਕਾਰੀ ਦੈਂਤ ਸੀ, ਦਾਨਵ ਸੀ। ਜਹਨੇ ਗਜ ਮ੍ਰਿਗ ਕੀਨ ਆਹਾਰੀ। ਉਹ ਇਤਨਾ ਭਿਆਨਕ ਵਿਕਰਾਲ ਸੀ ਵੀ ਉਹਨੇ ਜੰਗਲ ਦੇ ਪਸ਼ੂ ਪੰਛੀ ਸਭ ਖਾ ਲਏ ਸੀ, ਸਭ ਭੱਖ ਲਏ ਸੀ। ਇਸੇ ਕਰਕੇ ਜੰਗਲ ਵਿੱਚ ਕੋਈ ਪਸ਼ੂ ਪੰਛੀ ਨਜ਼ਰ ਨਹੀਂ ਸੀ ਆਉਂਦਾ। ਦੋਏ ਸਹੰਸਰ ਕੋਸਲ ਸੋ। ਕਹਿੰਦੇ ਹਜ਼ਾਰਾਂ ਕੋਹਾਂ ਤੱਕ ਉਹਨੇ ਜੰਗਲ ਉਜਾੜਿਆ ਹੋਇਆ ਸੀ। ਬਨ ਮੈਂ ਜੀਵ ਨ ਛਾੜਿਓ ਕੋ। ਉਹਨੇ ਕੋਈ ਜੰਗਲ ਦਾ ਜਾਨਵਰ ਪਸ਼ੂ ਪੰਛੀ ਛੱਡਿਆ ਹੀ ਨਹੀਂ ਸੀ। ਗਿਰ ਸਮਾਨ ਜੈ ਦੇਹ ਕਰਾਲਾ। ਉਹਦੀ ਦੇਹ ਕਿਸੇ ਵੱਡੇ ਪਹਾੜ ਤੋਂ ਘੱਟ ਨਹੀਂ ਸੀ, ਪਹਾੜ ਜਿੱਡਾ ਉਹਦਾ ਸਰੀਰ ਸੀ। ਉਬੈ ਕੋਸਲੋ ਬਾਹੂ ਵਿਸਾਲਾ। ਉਬੈ ਕੋਸ ਯਾਨੀ ਕਿ 2-2 ਕੋਹ ਲੰਮੀਆਂ ਤਾਂ ਉਹਦੀਆਂ ਬਾਹਾਂ ਨੇ। ਖਾਲਸਾ ਜੀ, ਗੁਪਤ ਮੰਡਲ ਵਿੱਚ ਜਿੱਥੇ ਸਾਡੀ ਗੰਮਿਅਤਾ ਨਹੀਂ, ਉੱਥੇ ਮੇਰੇ ਸਾਹਿਬ ਦੀ ਗੰਮਿਅਤਾ ਹੈ। ਤੇ ਗੁਪਤ ਮੰਡਲ ਦੇ ਵਰਤਾਰੇ ਵਿੱਚ ਬਹੁਤ ਕੁਝ ਵਰਤਦਾ, ਜਿਹਨੂੰ ਸੂਖਮ ਸ੍ਰਿਸ਼ਟੀ ਕਹਿੰਦੇ ਨੇ। ਸਥੂਲ ਸ੍ਰਿਸ਼ਟੀ ਸਾਨੂੰ ਦਿਸਦੀ ਸੁਣਦੀ ਭਾਸਦੀ ਹੈ, ਸੂਖਮ ਦ੍ਰਿਸ਼ਟੀ ਮਹਾਂਪੁਰਸ਼ ਵੇਖ ਲੈਂਦੇ ਆ ਸ੍ਰਿਸ਼ਟੀ ਸੂਖਮ ਦ੍ਰਿਸ਼ਟੀ ਨਾਲ। ਉਹ ਸੂਖਮ ਦ੍ਰਿਸ਼ਟੀ ਦੇ ਵਿੱਚ ਵਰਤਣ ਵਾਲੀ ਸ੍ਰਿਸ਼ਟੀ ਵਿੱਚ ਖੇਡ ਸੀ। ਇਸ ਕਰਕੇ ਕਈ ਸ਼ੰਕਾ ਕਰਦੇ ਆ, ਉਹਨਾਂ ਨੂੰ ਸਮਝ ਨਹੀਂ ਪੈਂਦੀ। ਉਹ ਦਾਨਵ ਕਹਿੰਦੇ ਇਤਨਾ ਵਿਕਰਾਲ ਤੇ ਭਿਆਨਕ ਹੈ ਵੀ 2-2 ਕੋਹ ਲੰਮੀਆਂ ਤਾਂ ਉਹਦੀਆਂ ਬਾਹਾਂ ਹਨ। ਸਿਰ ਪਰ ਸ਼੍ਰਿੰਗ ਖਜੂਰ ਸਮਾਨਾ। ਉਹਦੇ ਸਿਰ ਤੇ ਲੰਮਾ ਸਿੰਘ ਜਿਵੇਂ ਕੋਈ ਖਜੂਰ ਹੋਵੇ। ਗਿਰ ਕੰਦਰ ਸੀ ਨਾਸ ਪ੍ਰਮਾਨਾ। ਪਹਾੜ ਦੀਆਂ ਜਿਹੜੀਆਂ ਕੰਦਰਾਵਾਂ ਹੁੰਦੀਆਂ, ਗੁਫਾਵਾਂ, ਉਹਦੇ ਵਰਗੀਆਂ ਉਹਦੀਆਂ ਨੱਕਾਂ ਹਨ। ਚਾਟਤ ਓਸ਼ਟ ਛੁਦਾ ਮਹਾਨਾ। ਭੁੱਖ ਲੱਗੀ ਹੋਈ ਉਹਨੂੰ ਤੇ ਆਪਣੇ ਬੁੱਲ ਚੱਟਦਾ ਜੀਭ ਨਾਲ। ਤੈਨੇ ਦੇਖਾ ਜਬ ਮਰਦਾਨਾ। ਉਹਦੀ ਨਿਗਾਹ ਭਾਈ ਮਰਦਾਨੇ ਤੇ ਪੈ ਗਈ ਵੀ ਇਹ ਕੌਣ ਇੱਥੇ ਫਿਰਦਾ ਫਲ ਤੋੜਦਾ। ਤੂਰਨ ਗੈ ਕਰ ਤਬ ਨਿਜ ਪਾਨਾ। ਉਹਨੇ ਝੱਟ ਭਾਈ ਮਰਦਾਨੇ ਨੂੰ ਹੱਥ 'ਚ ਪਕੜਿਆ। ਮੁਖ ਮੈਂ ਖਾਵਾ ਕੋਰ ਸਮਾਨਾ। ਜਿਵੇਂ ਕੋਈ ਗਰਾਈ ਨਹੀਂ ਪਾਈ ਦੀ ਮੂੰਹ ਵਿੱਚ, ਏਦਾਂ ਆਪਣੇ ਮੂੰਹ 'ਚ ਪਾ ਲਿਆ। ਪਇਓ ਤਰਾਸ ਮੁਖ ਬੋਲ ਨ ਆਇਓ। ਭਾਈ ਮਰਦਾਨਾ ਜੀ ਤਰਸਤ ਹੋਏ, ਡਰ ਕੇ ਸਹਿਮ ਗਏ, ਕੁਝ ਨਹੀਂ ਬੋਲਿਆ ਗਿਆ। ਸ਼੍ਰੀ ਨਾਨਕ ਮਨ ਮਾਏ ਤੇ ਆਇਓ। ਬਸ ਹੁਣ ਫਿਰ ਸਤਿਗੁਰੂ ਚੇਤੇ ਆਏ, ਧੰਨ ਗੁਰੂ ਨਾਨਕ ਸਾਹਿਬ ਨੂੰ ਧਿਆਇਆ। ਕਰੀਏ ਰੱਛਾ ਸ਼੍ਰੀ ਗੁਰਪੂਰਨ। ਦੁਖ ਦਾਰੂ ਸੁਖ ਰੋਗ ਭਇਆ। ਇੱਥੇ ਸਮਝ ਆਉਂਦੀ ਨਾ ਇਹ ਪੰਕਤੀ ਦੀ। ਜਦੋਂ ਸੁਖ ਰੋਗ ਬਣ ਜਾਏ ਉਦੋਂ ਦੁੱਖ ਦਾਰੂ ਬਣ ਕੇ ਬੌੜਦਾ। ਦੁੱਖ ਵਿੱਚ ਦਾਰੂ ਕਿਹੜਾ ਹੈ? ਦੁੱਖ ਵਿੱਚ ਦਾਰੂ ਹੈ ਜੋ ਭਾਈ ਮਰਦਾਨੇ ਨੇ ਗੁਰੂ ਨਾਨਕ ਸਾਹਿਬ ਨੂੰ ਧਿਆਇਆ। ਇਹ ਦਾਰੂ ਹੈ, ਦੁੱਖ ਦਾਰੂ ਨਹੀਂ। ਦੁੱਖ ਵਿੱਚ ਦਾਰੂ ਹੈ ਕਿ ਉਸ ਦੁੱਖ ਦੀ ਨਿਰਵਿਰਤੀ ਲਈ ਆਪਣੇ ਮਾਲਕ ਦੀ ਆਰਾਧਨਾ ਕਰਨੀ। ਇਹ ਦਾਰੂ ਹੈ। ਉਰੇ ਦਾਰੂ ਦੀ ਲੋੜ ਉਦੋਂ ਪੈਂਦੀ ਆ ਜਦੋਂ ਸੁੱਖ ਰੋਗ ਬਣ ਜਾਏ, ਸੁੱਖ ਬਿਮਾਰੀ ਬਣ ਜਾਏ। ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਧਿਆਇਆ ਜਦੋਂ ਦੁੱਖ ਆਇਆ। ਪਹਿਲਾਂ ਫਲ ਖਾਂਦਿਆਂ ਨੂੰ ਕੋਈ ਚੇਤੇ ਨਹੀਂ ਆਇਆ, ਸੋਚਦੇ ਸੀ ਉਂਝੇ ਰੋਕੀ ਜਾਂਦੇ ਸੀ। ਜਦੋਂ ਫੜ ਕੇ ਮੂੰਹ 'ਚ ਪਾਇਆ ਨਾ ਦਾਨਵ ਨੇ, ਮਹਾਰਾਜ ਗੁਰੂ ਨਾਨਕ ਸਾਹਿਬ ਨੂੰ ਧਿਆਇਆ। ਜਿਉ ਗਜਰਾਜ ਉਦਾਰਿਓ ਤੂਰਨ। ਮਹਾਰਾਜ ਬਚਾਓ, ਜਿਵੇਂ ਉਸ ਹਾਥੀ ਨੂੰ ਬਚਾਇਆ ਸੀ, ਗੱਜ ਗਰਾਹ ਤੇ ਛੂਟਾ, ਜਿਵੇਂ ਉਹਨੂੰ ਬਚਾਇਆ ਸੀ ਮਹਾਰਾਜ ਉਦਾਂ ਬਚਾਓ। ਹੇ ਪ੍ਰਭ ਮੈਂ ਅਜਾਨ ਮਤ ਮੂਡਾ। ਹੇ ਪ੍ਰਭੂ ਮੈਂ ਅਣਜਾਣ ਹਾਂ, ਮੂਰਖ ਮਤ ਵਾਲਾ ਹਾਂ। ਕਏ ਕੁਬਚਨਾ ਮੋਏ ਅਰੂਡਾ। ਮੋਹ 'ਚ ਸਵਾਰ ਹੋ ਕੇ ਟੱਬਰ ਦੇ ਮੈਂ ਤੁਹਾਨੂੰ ਕੁਬਚਨ ਕਹਿ ਬੈਠਾ। ਬਿਰਦ ਸੰਭਾਰੋ ਆਪਨ ਕਿਰਪਾਲਾ। ਹੇ ਕਿਰਪਾਲੂ ਸਾਹਿਬ ਆਪਣਾ ਬਿਰਦ ਸੰਭਾਲ ਲਵੋ। ਮੁਝੇ ਮੁਚਾਵੋ ਦੈਂਤ ਬਿਸਾਲਾ। ਮਹਾਰਾਜ ਇਸ ਭਿਆਨਕ ਦਾਨਵ ਤੋਂ, ਦੈਂਤ ਤੋਂ ਮੈਨੂੰ ਬਚਾ ਲਵੋ। ਕਏ ਕੋ ਬੈਨ ਨੌਰ ਮੈਂ ਧਰੀਏ। ਮਹਾਰਾਜ ਜਿਹੜੇ ਆ ਖੋਟੇ ਬੈਨ ਮੈਂ ਤੁਹਾਨੂੰ ਕਹੇ ਨੇ, ਇਹਨਾਂ ਨੂੰ ਹਿਰਦੇ 'ਚ ਨਾ ਵਿਚਾਰਿਓ। ਮਹਾਰਾਜ ਇਹ ਗੱਲਾਂ ਨਾ ਚੇਤੇ ਕਰਿਓ ਜਿਹੜੀਆਂ ਮੈਂ ਕਹਿ ਕੇ ਆਇਆ ਤੁਹਾਨੂੰ। ਦੀਨ ਬੰਧੂ ਨਿਜ ਨਾਮ ਵਿਚਾਰੀਏ। ਮਹਾਰਾਜ ਤੁਸੀਂ ਦੀਨਾ ਬੰਧੂ ਹੋ, ਆਪਣੇ ਇਸ ਨਾਮ ਦੀ ਵਿਚਾਰ ਕਰੋ। ਦੀਨਾ ਬੰਧੂ ਜੀ ਆਪਣੇ ਨਾਮ ਦੀ ਵਿਚਾਰ ਕਰੋ। ਸੰਗ ਲੀਏ ਕੀ ਰਾਖੋ ਲਾਜਾ। ਤੁਮ ਹੋ
ਤੀਨ ਲੋਕ ਸਿਰ ਤਾਜਾ। ਮਹਾਰਾਜ ਅੱਗੇ ਤੁਸੀਂ ਕਹਿੰਦੇ ਹੁੰਦੇ ਹੋ ਸੰਗ ਲੈ ਕੀ ਹਮਕੋ ਲਾਜਾ, ਅੱਜ ਮੈਂ ਕਹਿਣਾ ਆਪਣੇ ਨਾਲ ਲੈ ਕੇ ਆਇਓ ਮੇਰੀ ਲਾਜ ਰੱਖ ਲਓ। ਇਹ ਤਿੰਨਾਂ ਲੋਕਾਂ ਦੇ ਸਰਤਾਜ, ਸੰਸਾਰ ਦੇ ਸੁਆਮੀ, ਜਗਤ ਦੇ ਮਾਲਕ, ਤੁਮ ਹੋ ਸਭ ਰਾਜਨ ਕੇ ਰਾਜਾ। ਮਹਾਰਾਜ ਤਰਸ ਕਰਕੇ ਦਇਆ ਕਰਕੇ ਮੇਰੀ ਲਾਜ ਰੱਖ ਲਓ। ਸਰਬ ਬਿਰਤੰਤ ਜਾਨ ਗੁਰ ਲੀਨੋ। ਜਾਣੀ ਜਾਣ ਸੁਆਮੀ ਜਾਣਦੇ ਸਾਨੇ ਹੋਣਾ, ਤਦੇ ਮਰਦਾਨੇ ਨੂੰ ਭੇਜਿਆ ਪ੍ਰੇਰ ਕੇ। ਪਾਤਸ਼ਾਹ ਜਾਣਦੇ ਸਨ, ਜਾਣੀ ਜਾਣ ਜਾਣ ਗਏ। ਦੈਂਤ ਰਦਨ ਤੇ ਰਾਖਨ ਕੀਨੋ। ਗੁਰਦੇਵ ਨੇ ਰਾਖਸ਼ ਦੇ ਦੰਦਾਂ ਦੇ ਵਿੱਚ ਭਾਈ ਮਰਦਾਨੇ ਨੂੰ ਬਚਾ ਲਿਆ, ਦੰਦਾਂ ਵਿੱਚ ਰੱਖ ਲਿਆ, ਨਹੀਂ ਤਾਂ ਦੰਦ ਉਹਦੇ ਇੰਨੇ ਭਿਆਨਕ, ਸਬੂਤਾ ਹੀ ਪਾ ਲਿਆ ਸੀ ਮੁਖ ਵਿੱਚ, ਏਡਾ ਵੱਡਾ ਆਕਾਰ ਸੀ ਉਹਦਾ। ਤੇ ਦੰਤ ਜੀਵ ਜਿਮ ਰਾਖਹੀ ਦੁਸ਼ਟ ਅਰਿਸ਼ਟ ਸੰਘਾਰ, ਜਿਸਨੋ ਸਾਜਨ ਰਾਖਸੀ ਦੁਸ਼ਮਨ ਕਵਨ ਵਿਚਾਰ। ਦੰਤ ਜੀਵ ਜਿਮ ਰਾਖ ਹੈ ਦੁਸ਼ਟ ਅਰਿਸ਼ਟ ਸੰਘਾਰ। ਕਲਗੀਧਰ ਦੇ ਬਚਨ ਕਹਿੰਦੇ ਜਿਹਨੂੰ ਸੱਜਣ ਨੇ ਰੱਖਣਾ ਹੋਵੇ ਨਾ ਸੁਆਮੀ ਨੇ, ਕੀ ਤਾਕਤ ਹੈ ਦੁਸ਼ਮਣ ਦੀ ਵੀ ਉਹਨੂੰ ਮਾਰ ਸਕੇ। ਕਿਵੇਂ ਬਚਾਉਂਦਾ? ਜਿਵੇਂ 32 ਦੰਦਾਂ ਦੇ ਵਿੱਚ ਕੋਮਲ ਜੀ ਜੀਭ ਪਰਮੇਸ਼ਰ ਨੇ ਰੱਖੀ ਹੋਈ ਹੈ। ਕਿਤੇ ਮਾੜੀ ਮੋਟੀ ਦੰਦ ਥੱਲੇ ਆ ਜੇ ਜੀਭ, ਕੀ ਹਾਲਤ ਹੁੰਦੀ ਹੈ। ਤੇ 24 ਘੰਟੇ ਨਾ ਦੰਦਾਂ ਦੇ ਵਿੱਚ ਪਰਮੇਸ਼ਰ ਨੇ ਜੀਭ ਨੂੰ ਰੱਖਿਆ ਨਾ ਸੁਰੱਖਿਅਤ, ਏਦਾਂ ਵਾਹਿਗੁਰੂ ਆਪਣੇ ਸੇਵਕਾਂ ਨੂੰ ਰੱਖ ਲੈਂਦਾ। ਭਾਈ ਮਰਦਾਨਾ ਜੀ ਨੂੰ ਉਸ ਦਾਨਵ ਦੇ ਦੰਦਾਂ ਤੋਂ ਮਹਾਰਾਜ ਜੀ ਨੇ ਬਚਾ ਲਿਆ। ਗਿਓ ਉਦਰ ਮੈਂ ਬਨਾ ਬਨਾਇਓ। ਪੂਰਾ ਸਾਬਤ ਸਰੀਰ ਉਸ ਦੇ ਪੇਟ ਵਿੱਚ ਚਲਾ ਗਿਆ। ਜਿਵੇਂ ਕੋਈ ਦਾਣਾ ਨਹੀਂ ਮੁੱਖ ਵਿੱਚ ਪਾ ਕੇ ਸਿੱਧਾ ਨਿਗਲ ਲਈਦਾ ਅੰਦਰ, ਏਦਾਂ ਭਾਈ ਮਰਦਾਨਾ ਜੀ ਬਣੇ ਬਣਾਏ ਸਾਰਾ ਸਰੀਰ ਉਹਨਾਂ ਦਾ ਅੰਦਰ ਚਲਾ ਗਿਆ। ਦੁਸ਼ਟ ਰਦਨ ਕੋ ਛੂਨ ਨ ਪਾਇਓ। ਉਸ ਦੁਸ਼ਟ ਦਾਨਵ ਦੇ ਦੰਦ ਜਿਹੜੇ ਨੇ ਉਹ ਭਾਈ ਮਰਦਾਨੇ ਨੂੰ ਛੂਣ ਨਹੀਂ ਦਿੱਤੇ ਸਤਿਗੁਰਾਂ ਨੇ। ਜਿਉ ਨਰ ਕੇ ਗਰਦਾਨੋ ਜਾਈ। ਕਹਿੰਦੇ ਜਿਵੇਂ ਕੋਈ ਛੋਟਾ ਜਿਹਾ ਦਾਣਾ ਹੁੰਦਾ ਹੈ, ਉਹ ਮੁੱਖ ਦੇ ਵਿੱਚ ਪਾ ਕੇ ਚੋਲ ਦਾ ਦਾਣਾ ਸਿੱਧਾ ਸਬੂਤਾ ਅੰਦਰ ਚਲਾ ਜਾਏ ਮਨੁੱਖ ਦੇ। ਗਇਓ ਉਲੰਘ ਤਿਸੀ ਕੀ ਨਿਆਈ। ਉਸੇ ਤਰ੍ਹਾਂ ਭਾਈ ਮਰਦਾਨਾ ਜੀ ਉਸ ਦਾਨਵ ਦੇ ਪੇਟ 'ਚ ਚਲੇ ਗਏ। ਪੁਨ ਬੋਲੇ ਮੁਝ ਸੰਗ ਕਿਰਪਾਲਾ। ਇਧਰ ਕਿਰਪਾਲੂ ਸਤਿਗੁਰੂ ਜੀ ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਬੈਠਾ ਰਹੋ ਇਹ ਆਠਾਂ ਤੂੰ ਬਾਲਾ। ਭਾਈ ਬਾਲਿਆ ਤੂੰ ਇੱਥੇ ਬੈਠਾ ਰਹੀਂ। ਮਰਦਾਨੇ ਕੋ ਦੈਂਤ ਗਹਾਨਾ। ਭਾਈ ਮਰਦਾਨੇ ਨੂੰ ਦਾਨਵ ਨੇ ਪਕੜ ਲਿਆ, ਰਾਖਸ਼ ਨੇ ਪਕੜ ਲਿਆ। ਉਦਰ ਵਿਖੇ ਤਿਨ ਲੀਨ ਲੰਘਾਨਾ। ਔਰ ਉਦਰ ਵਿੱਚ ਨਿਗਲ ਗਿਆ, ਆਪਣੇ ਪੇਟ ਵਿੱਚ ਨਿਗਲ ਗਿਆ। ਜਾਏ ਛੁਰਾਏ ਅਬ ਤੈਂ ਤਾਈ। ਹੁਣ ਜਾ ਕੇ ਉਹਨੂੰ ਛੁਡਾ ਲਿਆਈਏ। ਘਟ ਇੱਕ ਮੈਂ ਤੂੰ ਆਓ ਤਹਾਈ। ਤੇ ਤੂੰ ਹਾਲੇ ਨਾ ਆਈ, ਘੜੀ ਕ ਬਾਅਦ ਉੱਥੇ ਚੱਲ ਕੇ ਪਹੁੰਚ ਜਾਈ। ਅਸ ਕਹਿ ਮੁਝ ਬੇਦੀ ਕੁਲ ਦੀਪਾ। ਇਹ ਤਾਂ ਭਾਈ ਬਾਲਾ ਜੀ ਕਹਿੰਦੇ ਮੈਨੂੰ ਕਹਿ ਕੇ ਬੇਦੀਆਂ ਦੀ ਕੁਲ ਦੇ ਦੀਪ ਸਤਿਗੁਰੂ। ਗਮਨੇ ਰਾਖਸ਼ ਕੇਰ ਸਮੀਪਾ। ਉਸ ਰਾਖਸ਼ ਦੇ ਨੇੜੇ ਚਲੇ ਗਏ। ਦਾਸ ਬਚਾਵਨ ਹਿਤ ਗੁਰ ਪੂਰਨ। ਜੋ ਆਪਣਿਆਂ ਦਾਸਾਂ ਨੂੰ ਬਚਾਉਣ ਵਾਲੇ ਸੁਆਮੀ ਹਨ, ਗਰੀਬ ਨਵਾਜ। ਦਈ ਦਿਖਾਈ ਦੈਂਤੇ ਤੂਰਨ। ਜਾ ਕੇ ਉਸ ਦਾਨਵ ਨੂੰ ਆਪਣੇ ਦਰਸ਼ਨ ਦਿੱਤੇ। ਸ਼੍ਰੀ ਨਾਨਕ ਗੈ ਲੀਨੋ ਤਾਈ। ਉਸ ਦਾਨਵ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਪਕੜ ਲਿਆ। ਕਰ ਉਚਾਏ ਪਾਏ ਮੁਖ ਮਾਈ। ਔਰ ਚੁੱਕ ਕੇ ਸਤਿਗੁਰਾਂ ਨੂੰ ਵੀ ਭਾਈ ਮਰਦਾਨੇ ਵਾਂਗੂ ਆਪਣੇ ਮੁੱਖ 'ਚ ਪਾ ਲਿਆ। ਉਦਰ ਵਿਖੇ ਪਹੁੰਚੇ ਗੁਰ ਜਬਈ। ਜਿੱਥੇ ਭਾਈ ਮਰਦਾਨਾ ਜੀ ਰਜੋਈਆਂ ਕਰ ਰਹੇ, ਉੱਥੇ ਮੇਰੇ ਸਾਹਿਬ ਜੀ ਪਹੁੰਚ ਗਏ। ਜਿੱਥੇ ਹਰ ਆਰਾਧਿਆ ਤਿੱਥੇ ਹਰ ਮਿਤ ਸਹਾਈ। ਸੰਸਾਰ ਦੇ ਕਿਸੇ ਕੋਨੇ 'ਚ ਸਾਹਿਬ ਦੇ ਸੇਵਕ ਸਾਹਿਬ ਨੂੰ ਧਿਆਉਣ, ਉੱਥੇ ਹੀ ਹਾਜ਼ਰ ਹੋ ਜਾਂਦੇ ਹਨ। ਮਿਲਤ ਪਇਓ ਮਰਦਾਨਾ ਤਬਈ। ਭਾਈ ਮਰਦਾਨਾ ਜੀ ਅੱਗੋਂ ਸਾਹਿਬ ਨੂੰ ਮਿਲੇ। ਕਈ ਬਚਨ ਤੈ ਧੀਰਜ ਦੀਨੀ। ਪਾਤਸ਼ਾਹ ਨੇ ਸਿਰ ਤੇ ਹੱਥ ਧਰ ਕੇ ਭਾਈ ਮਰਦਾਨਾ ਜੀ ਨੂੰ ਧੀਰਜ ਦਿੱਤਾ। ਪੁਨ ਨਿਜ ਦੇਹ ਬਧਾਵਨ ਕੀਨੀ। ਗੁਰਦੇਵ ਨੇ ਆਪਣੀ ਕਾਇਆ ਨੂੰ ਵਿਸ਼ਾਲ ਕਰਨਾ ਸ਼ੁਰੂ ਕੀਤਾ। ਖਾਲਸਾ ਜੀ
ਦ્વੈ ਕੋਸਨ ਲੋ ਦੈਂਤ ਉਤੰਗਾ। ਜਿਹੜਾ ਉਹ ਦਾਨਵ ਸੀ 2 ਕੋਹ ਤੱਕ ਉੱਚਾ ਸੀ, ਓਨਾ ਹੀ ਉੱਚਾ ਸਰੀਰ ਸਤਿਗੁਰਾਂ ਨੇ ਕਰ ਲਿਆ। ਤਿਤਨੋ ਕੀਓ ਪ੍ਰਭੂ ਨਿਜ ਅੰਗਾ। ਪ੍ਰਭੂ ਨੇ ਆਪਣੇ ਸਰੀਰ ਦੇ ਅੰਗ ਵੀ ਇਤਨੇ ਉੱਚੇ ਕਰ ਲਏ। ਜਬ ਤਨ ਫਟਨ ਲਗਿਓ ਤੈਂ ਕੇਰੋ। ਉਸ ਦਾਨਵ ਦਾ ਸਰੀਰ ਜਦੋਂ ਫਟਣ ਲੱਗਾ, ਇਕ ਜੋਜਨ ਲੈ ਬਦਿਓ ਬਧੇਰੋ। ਉਹਨੇ ਆਪਣਾ ਸਰੀਰ, ਉਹ ਵੀ ਕਰਾਮਾਤੀ ਸੀ, ਹੋਰ ਵਿਸ਼ਾਲ ਕਰ ਲਿਆ। ਸ੍ਰੀ ਗੁਰ ਬਹੁਤ ਵਧਾਵਾ ਤੇਤੋ। ਸਤਿਗੁਰੂ ਜੀ ਨੇ ਹੋਰ ਉਹਨਾਂ ਉਹ ਸਰੀਰ ਆਪਣਾ ਵਧਾ ਲਿਆ। ਰਾਖਸ਼ ਬਿਸਤਰਿਓ ਤਨ ਜੇਤੋ। ਜਿੰਨਾ ਸਰੀਰ ਉਹਨੇ ਦਾਨਵ ਨੇ ਆਪਣਾ ਵਿਸਥਾਰ ਕੀਤਾ, ਉਹਨਾਂ ਹੀ ਸਾਹਿਬ ਨੇ ਵਿਸਥਾਰ ਕਰ ਲਿਆ। ਪਇਓ ਕਸ਼ਟ ਜਬ ਰਾਖਸ਼ ਤਾਈ। ਰਾਖਸ਼ ਨੂੰ ਕਸ਼ਟ ਹੋਇਆ, ਉਹਦੇ ਨੇਤਰ ਨਿਕਲਣ ਵਾਲੇ ਹੋ ਗਏ। ਦ્વੈ ਜੋਜਨ ਕੀ ਦੇਹ ਵਧਾਈ। ਉਹਨੇ 2 ਜੋਜਨ ਦੇਹ ਹੋਰ ਲੰਮੀ ਕਰ ਲਈ। ਸ੍ਰੀ ਗੁਰ ਤੇਤੋ ਤਨ ਬਿਸਤਾਰਾ। ਮੇਰੇ ਸਾਹਿਬ ਨੇ ਹੋਰ ਉਤਨਾ ਸਰੂਪ ਕਰ ਲਿਆ, ਜਿਨ੍ਹਾਂ ਦੇ ਕਰੋਮ ਚ ਕਰੋੜਾਂ ਬ੍ਰਹਮੰਡ ਵਸਦੇ ਐ। ਉਹਨਾਂ ਨੂੰ ਆਪਣਾ ਸਰੀਰ ਵਧਾਉਣ ਚ ਕਿਹੜੀ ਕੋਈ ਅਤੀ ਉਕਤੀ ਸੀ। ਅੰਤਰ ਪਿਓ ਤਾਈ ਦੁਖ ਭਾਰਾ। ਹੁਣ ਉਸ ਦਾਨਵ ਦੇ ਅੰਦਰ ਬੜਾ ਭਿਆਨਕ ਦੁੱਖ ਹੋਣ ਲੱਗਾ। 9 ਜੋਜਨ ਲੋ ਦੈਂਤ ਵਧਾਵਾ। ਗੱਲ ਕਿ 9 ਜੋਜਨ ਤੱਕ ਉੱਚਾ ਤਨ ਕਰ ਲਿਆ ਦਾਨਵ ਨੇ। ਤੈਸੋ ਪ੍ਰਭ ਨਿਜ ਦੇਹ ਬਨਾਵਾ। ਮੇਰੇ ਸਾਹਿਬ ਨੇ ਵੀ ਉਤਨੀ ਕਾਇਆ ਸਰੀਰ ਦੀ ਕਰ ਲਈ। ਭਏ ਸੁਮੇਰ ਸਮਾਨ ਸੁਪਾਰੀ। ਇਉਂ ਜਾਪਦਾ ਜਿਵੇਂ ਕੋਈ ਪਹਾੜ ਹੀ ਸੁਮੇਰ ਪਰਬਤ ਖਲੋਤਾ ਹੋਵੇ। ਅਸੁਰ ਤਬੇ ਨਿਰਬਲਤਾ ਧਾਰੀ। ਅਖੀਰ ਨੂੰ ਜਿਹੜਾ ਦਾਨਵ ਸੀ ਨਿਰਬਲ ਹੋ ਗਿਆ। ਠਾਂਡੇ ਦੇਖੇ ਦੇਵ ਆਕਾਸ਼ਾ। ਆਕਾਸ਼ ਵਿੱਚ ਦੇਵਤੇ ਵੀ ਆ ਪਹੁੰਚੇ ਵੇਖਣ ਲਈ, ਆ ਕੀ ਖੇਡ ਵਰਤ ਰਹੀ ਹੈ। ਉਹ ਵੀ ਹੈਰਾਨ ਹੋ ਕੇ ਖਲੋ ਕੇ ਵੇਖਦੇ ਐ। ਸਭ ਇਨ ਹਾਹਾਕਾਰ ਪ੍ਰਕਾਸ਼ਾ। ਉਹ ਦੇਵਤੇ ਹਾਹਾਕਾਰ ਕਰ ਰਹੇ ਨੇ। ਦੈਂਤ ਚਬਾਏ ਗਇਓ ਇਵ ਜਾਣੇ। ਦੇਵਤਿਆਂ ਨੂੰ ਇਹ ਡਰ ਪੈ ਗਿਆ ਵੀ ਕਿਤੇ ਗੁਰੂ ਨਾਨਕ ਸਾਹਿਬ ਨੂੰ ਦਾਨਵ ਨੇ ਚਬਾ ਲਿਆ, ਅੰਦਰ ਨਿਗਲ ਲਿਆ। ਪ੍ਰਭ ਕੀ ਮਹਿਮਾ ਤੇ ਅਨਜਾਣੇ। ਮੇਰੇ ਸਾਹਿਬ ਦੀ ਮਹਿਮਾ ਤੋਂ ਅਣਜਾਣ ਸਨ। ਦੈਂਤ ਪਇਓ ਬੇਬਲ ਤਵ ਤਾਈ। ਉਹ ਦਾਨਵ ਜਦੋਂ ਬੇਬਲ ਹੋ ਗਿਆ, ਨਿਜ ਜੀਵਨ ਕੀ ਆਸ ਚੁਕਾ। ਉਹਨੇ ਆਪਣੇ ਜੀਵਨ ਦੀ ਆਸ ਚੁਕਾ ਦਿੱਤੀ। ਵੇਖ ਲਿਆ ਹੁਣ ਨਹੀਂ ਜੀਵਨ ਬਣਦਾ। ਪਸਰੇ ਨੈਣ ਭਿਆਨਕ ਭਾਰੇ। ਉਹਦੀਆਂ ਅੱਖਾਂ ਪਸਰ ਗਈਆਂ ਡਰ ਨਾਲ, ਦਰਦ ਨਾਲ। ਗਿਰਿਓ ਅਵਨ ਪਰ ਖਾਏ ਪਛਾਰੇ। ਔਰ ਪਿਛਾਂ ਨੂੰ ਸਿਰ ਭਰਨੇ ਜ਼ਮੀਨ ਤੇ ਡਿੱਗ ਪਿਆ ਧੜਮ ਦੇ ਕੇ। ਮਾਨੋ ਬਦਿਓ ਬਿੰਦਿਆ ਚਲ ਭਾਰੀ। ਕਹਿੰਦੇ ਇਉਂ ਵਧਿਆ ਹੋਇਆ ਸਰੀਰ ਉਹਦਾ ਜਿਵੇਂ ਬਿੰਦਿਆਚਲ ਪਹਾੜ ਹੈ। ਜਿਹੜਾ ਬਿੰਦਿਆਚਲ ਪਹਾੜ ਹੈ, ਇਹਨੂੰ ਇੱਕ ਵਾਰੀ ਇੰਨੀ ਮਨ ਚ ਆਈ ਖੇਡ, ਇਹ ਕਹਿੰਦਾ ਮੈਂ ਐਡਾ ਵੱਡਾ ਆਪਣਾ ਆਪ ਕਰ ਲੈਣਾ ਵੀ ਸੂਰਜ ਮੇਰੀ ਪਰਿਕਰਮਾ ਕਰੇ। ਉਧਰ ਸੂਰਜ ਨੂੰ ਖਤਰਾ ਪੈ ਗਿਆ। ਇਹ ਪੁਰਾਣਕ ਕਥਾ ਹੈ। ਸੂਰਜ ਨੂੰ ਖਤਰਾ ਪੈ ਗਿਆ ਵੀ ਇਹ ਜੇ ਮੈਂ ਇਹਦੀ ਪਰਿਕਰਮਾ ਕਰਾਂਗਾ ਤੇ ਧਰਤੀ ਦੇ ਜੀਵਾਂ ਦਾ ਕੀ ਬਣੇਗਾ। ਫਿਰ ਭਗਵਾਨ ਨੇ ਪ੍ਰਗਟ ਹੋ ਕੇ ਆਖਿਆ ਇੱਥੇ ਹੀ ਜ਼ਮੀਨ ਤੇ ਪਿਆ ਰਹੋ। ਤੂੰ ਇਸ ਤਰ੍ਹਾਂ ਉੱਥੇ ਹੀ ਟਿਕ ਗਿਆ। ਇੱਥੇ ਕਹਿੰਦੇ ਬਿੰਦਿਆਚਲ ਪਹਾੜ ਵਾਂਗੂ ਇਹ ਜਿਹੜਾ ਦਾਨਵ ਸੀ ਇਹ ਵਧਿਆ। ਪਰਿਓ ਤਰਨ ਪਰ ਗੁਰੂ ਆਗਾਰੀ। ਤੇ ਸਤਿਗੁਰੂ ਜੀ ਪ੍ਰਗਟ ਹੋ ਗਏ ਬਾਹਰ, ਤੇ ਸਤਿਗੁਰਾਂ ਦੇ ਸਾਹਮਣੇ ਜ਼ਮੀਨ ਤੇ ਡਿੱਗਿਆ ਪਿਆ। ਤੈਂ ਕੇ ਤਰੇ ਤਰੋਵਰ ਜੇਤੇ। ਕਹਿੰਦੇ ਇਹਦੇ ਥੱਲੇ ਜਿਹੜੇ ਦਰਖਤ ਆਏ ਟੂਟ ਗਏ ਚੂਰਨ ਪੇਤੇ ਤੇ। ਉਹ ਵੀ ਟੁੱਟ ਕੇ ਚੂਰਨ ਹੋ ਗਏ। ਸਵਈਆ ਬੰਦ ਪਇਓ ਮੁਖ ਸਵਾਸ ਜਬੇ। ਤਬ ਦੇ ਛੂਟੀ ਤੈਂ ਪ੍ਰਾਨੀ ਉਡਾਈ। ਕਹਿੰਦੇ ਇਹਦੇ ਸਵਾਸ ਬੰਦ ਹੋ ਗਏ, ਚੱਲਣੇ ਦੇਹ ਛੁੱਟ ਗਈ। ਪਾਖਤ ਜੈ ਪੁਨ ਜੈ ਸੁਰ ਬਾਸਵ। ਫੂਲਨ ਕੀ ਬਰਖਾ ਬਰਖਾਈ। ਉਧਰ ਦੇਵਤੇ ਜਿਹੜੇ ਘਬਰਾਏ ਹੋਏ ਸੀ ਆਕਾਸ਼ ਵਿੱਚ, ਉਹ ਜੈ ਜੈਕਾਰ ਕਰਨ ਲੱਗੇ। ਗੁਰੂ ਨਾਨਕ ਸਾਹਿਬ ਜੀ ਤੁਹਾਡੀ ਜੈ ਹੋਵੇ। ਧੰਨ ਗੁਰੂ ਨਾਨਕ ਸਾਹਿਬ ਆਪ ਜੀ ਦੀ ਜੈ ਹੋਵੇ। ਨਾਲੇ ਫੁੱਲਾਂ ਦੀ ਵਰਖਾ ਕਰਦੇ। ਸੰਖਨ ਕੀ ਧੁਨ ਘੰਟਨ ਕੀ ਕਰ ਫੂਲਨ ਕੀ ਬਰਖਾ ਬਰਖਾਵੈ। ਆਰਤੀ ਕੋਟ ਕਰ ਸੁਰ ਸੁੰਦਰ। ਪੇਖ ਪੁਰੰਦਰ ਕੇ ਬਲ ਜਾਵੈ। ਦਾਨਤ ਦਛਨ ਦੈਕ ਪਰਦਛਨ। ਭਾਲ ਮੈਂ ਕੁੰਕਮ ਅਛਤ ਲਾਵੈ। ਹੋਤ ਕੋਲਾਹਲ ਦੇਵਪੁਰੀ। ਮਿਲ ਦੇਵਨ ਕਾ ਕੁਲ ਮੰਗਲ ਗਾਵੈ। ਮਿਲ ਕੈ ਸੋ ਦੇਵਨ। ਉਹ ਸਾਰੇ ਮਹਾਰਾਜ ਜੀ ਦੀ ਉਪਮਾ ਕਰਦੇ।
ਪਾਤਸ਼ਾਹ ਜੀ ਦੀ ਜੈ ਜੈਕਾਰ ਕਰਦੇ ਹਨ। ਸੰਗ ਲਾਏ ਮਰਦਾਨੇ ਕੋ ਨਿਕ ਸੇ ਗੁਰ ਬਾਹਰ ਐਸ ਸੁਹਾਈ। ਉਸ ਦਾਨਵ ਦੇ ਮੁਖ ਚੋਂ ਭਾਈ ਮਰਦਾਨੇ ਨੂੰ ਨਾਲ ਲੈ ਕੇ ਸਾਹਿਬ ਇਉਂ ਬਾਹਰ ਨਿਕਲੇ। ਪਨੰਗ ਦੈਂਤ ਕੋ ਚੀਰ ਮਨੋ ਨਿਕ ਸੇ ਸੰਗ ਗੋਪਨ ਸ਼੍ਰੀ ਜਦੁਰਾਈ। ਕਹਿੰਦੇ ਜਿਵੇਂ ਕਾਲੀਨਾਥ ਨੇ ਦੁਆਪਰ ਯੁੱਗ ਚ ਭਗਵਾਨ ਕ੍ਰਿਸ਼ਨ ਨੂੰ ਨਿਗਲ ਲਿਆ ਸੀ ਨਾ, ਤੇ ਉਹਦਾ ਸਰੀਰ ਪਾੜ ਕੇ ਭਗਵਾਨ ਜੀ ਬਾਹਰ ਨਿਕਲੇ ਸਨ, ਇਉਂ ਮੇਰੇ ਸਾਹਿਬ ਕਲੀ ਕਾਲ ਦੇ ਸੰਪੂਰਨ ਅਵਤਾਰ ਉਸ ਦਾਨਵ ਦੇ ਮੁਖ ਚੋਂ ਬਾਹਰ ਆ ਰਹੇ ਨੇ, ਇਉਂ ਉਪਮਾ ਨਜ਼ਰ ਆਉਂਦੀ ਹੈ। ਰਾਖਸ਼ ਸੁੰਦਰ ਦੇਹ ਤਾਰਾ ਜੈ ਚਾਰ ਪੂਜਾ ਸ਼ਰੁਤ ਕੁੰਡਲ ਪਾਏ। ਉਹ ਜਿਹੜਾ ਰਾਖਸ਼ ਸੀ ਉਹ ਦੇਵ ਸਰੂਪ ਚ ਆ ਗਿਆ, ਸਰਾਪਿਆ ਹੋਇਆ ਸੀ ਉਹ। ਇਹ ਸਰਾਪਿਆ ਹੋਇਆਂ ਨੂੰ ਮੇਰੇ ਸਾਹਿਬ ਮੁਕਤ ਕਰ ਰਹੇ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ। ਉਹ ਪ੍ਰਗਟ ਹੋ ਕੇ ਸਾਹਿਬ ਦੇ ਸਾਹਮਣੇ ਆਇਆ ਦਿਵਿਆ ਸਰੂਪ ਵਿੱਚ, ਪਾਤਸ਼ਾਹ ਦੇ ਅੱਗੇ ਆ ਕੇ ਬੇਨਤੀਆਂ ਕਰ ਰਿਹਾ। ਜਿਵੇਂ ਉਹਦਾ ਪਾਰ ਉਤਾਰਾ ਕਰਕੇ ਸਾਹਿਬ ਨੇ ਟੋਰਿਆ ਉਹਨੂੰ ਬੈਕੁੰਠ ਧਾਮ ਨੂੰ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਸਾਹਿਬ ਦੀ ਪਾਵਨ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਸਾਧ ਸੰਗਤ ਜੀ, ਬੇਨਤੀ ਹੈ ਕਿ ਅੱਜ ਮਹਾਰਾਜ ਭਗਤ ਰਵਿਦਾਸ ਜੀ ਦਾ ਪਵਿੱਤਰ ਜਨਮ ਦਿਹਾੜਾ ਹੈ। ਪਰਸੋਂ ਮਹਾਰਾਜ ਸਤਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦਾ ਪ੍ਰਕਾਸ਼ ਪੁਰਬ ਲੰਘ ਕੇ ਗਿਆ। ਸਤਿਗੁਰਾਂ ਦੇ ਪੁਰਬ ਦੇ ਸੰਬੰਧ ਵਿੱਚ ਔਰ ਭਗਤ ਰਵਿਦਾਸ ਜੀ ਦੇ ਪਵਿੱਤਰ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਅੱਜ ਸ਼ਾਮ ਨੂੰ 7 ਤੋਂ 9 ਵਜੇ ਤੱਕ ਜੋ ਅਮਰ ਸੰਚਾਰ ਹਾਲ ਹੈ, ਗੁਰਮਤਿ ਸਮਾਗਮ ਹੋ ਰਹੇ ਨੇ। ਛੁੱਟੀ ਦਾ ਦਿਨ ਹੈ, ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਆਪ ਜੀ ਸਮਾਗਮਾਂ 'ਚ ਹਾਜ਼ਰੀਆਂ ਭਰੋ। ਭਾਈ ਸਾਹਿਬ ਭਾਈ ਕਮਲਜੀਤ ਸਿੰਘ ਜੀ ਹਜੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ, ਉਹ ਉਚੇਚੇ ਤੌਰ ਤੇ ਹਾਜ਼ਰੀ ਭਰਨਗੇ, ਸਮੂਹ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ। ਆਪ ਸਾਰੀ ਸੰਗਤ ਨੂੰ ਬੇਨਤੀ, ਆਪ ਜੀ ਸਮਾਗਮਾਂ 'ਚ ਹਾਜ਼ਰੀਆਂ ਭਰੋ। ਜਗਤ ਗੁਰੂ ਧੰਨ ਗੁਰੂ ਹਰਿਰਾਏ ਸਾਹਿਬ ਸਤਵੇਂ ਪਾਤਸ਼ਾਹ ਔਰ ਮਹਾਰਾਜ ਭਗਤ ਰਵਿਦਾਸ ਜੀ ਦੀਆਂ ਖੁਸ਼ੀਆਂ ਦੇ ਆਪ ਜੀ ਪਾਤਰ ਬਣੋ। ਵਿਸਰ ਨਾਹੀਂ ਦਾਤਾਰ, 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 ਵਿਸਰ ਨਾਹੀਂ ਦਾਤਾਰ। ਆਪਣਾ ਨਾਮ ਦੇਹੋ, ਆਪਣਾ ਨਾਮ ਦੇਹੋ, ਆਪਣਾ ਨਾਮ ਦਿਓ, ਆਪਣਾ ਨਾਮ ਦਿਓ। ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ, ਗੁਣ ਗਾਵਾਂ ਦਿਨ ਰਾਤ। ਨਾਨਕ ਚਾਉ ਇਹੋ, ਨਾਨਕ ਚਾਉ ਇਹੋ, ਨਾਨਕ ਚਾਉ ਏਓ, ਨਾਨਕ ਚਾਉ ਏਓ। ਵਾਹਿਗੁਰੂ ਵਾਹਿਗੁਰੂ, 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 ਵਾਹਿਗੁਰੂ ਵਾਹਿਗੁਰੂ। ਹੇ ਅਚੁੱਤ ਹੈ ਪਾਰ ਬ੍ਰਹਮ, ਅਬਨਾਸੀ ਅਗਨਾਸ, ਹੇ ਪੂਰਨ ਹੈ ਸਰਬ ਮੈਂ, ਦੁਖ ਭੰਜਨ ਗੁਣਤਾਸ, ਹੇ ਸੰਗੀ ਹੈ ਨਿਰੰਕਾਰ, ਏ ਨਿਰਗੁਣ ਸਭ ਟੇਕ, ਹੇ ਗੋਬਿੰਦ ਹੈ ਗੁਣ ਨਿਧਾਨ, ਜਾਂ ਕੀ ਸਦਾ ਬਬੇਕ, ਹੇ ਅਪਰੰਪਰ ਹਰ ਹਰੇ, ਹੈ ਪੀਓ ਅਣਹਾਰ, ਹੇ ਸੰਤਹ ਕੈ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਉ ਦਾਸਰੋ, ਮੈਂ
ਨਿਰਗੁਣ ਗੁਣ ਨਹੀਂ ਕੋਈ। ਨਾਨਕ ਦੀਜੈ ਨਾਮ ਦਾਨ ਰਾਖੋ ਹੀਐ ਪਰੋਏ। ਆਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ। ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ। ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰੇ ਪਾਰ। ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਆਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ ਵਾਹਿਗੁਰੂ ਗੁਰੂ ਜੀ दंडोत बंदन अनक बार अनक बार दंडोत बंदन अनक बार सर्व कला समृत सर्व कला समृत कला समृत डोलते राखो हो प्रभु रखो प्रभु नानक दे कर हथ
ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ, ਨਾਨਕ ਦੇ ਕਰ ਹੱਥ। पहल बसंत आगमन, पहला मौल्यो सोय, पहला मौल्यो सोय, पहला मौल्यो सोय। जित मौल्य सब मौल्य तिसे ना मौल्य कोय, तिसे ना मौल्य कोय, तिसे ना मौल्य कोय। मैं मूर्ख की केतक बात है, कोट परादी तरिया रे। गुरु नानक जिन सुनया पेखिया, से फिर घर बास न परयारे। निमाणियों के मान, निताणियों के ताण, ने ओटिया की ओट, ने आसरियों के आसरा। धन धन साहिब श्री गुरु रामदास साहिब जियो महाराज। सर्व कला भरपूर धन धन श्री गुरु ग्रंथ साहिब जियो महाराज। अनंत गुणी निधान, गुरु गरीब निवाज। धन गुरु गरीब निवाज, गरीब निवाज। सात सहज ग्रह सद बसंत, सात सहज ग्रह सद बसंत, सात सहज ग्रह सद बसंत, सात सहज ग्रह सद बसंत। गुरपुरे की शरणी आए, गुरपुरे की शरणी आए। कल्याण रूप जप हर हर मंत्र, सात सहज ग्रह सद बसंत, सात सहज ग्रह सद बसंत, सद बसंत। सद बसंत, सात सहज ग्रह सद बसंत। ग्रह सद बसंत, सात सहज ग्रह सद बसंत। साध बसंत, सद बसंत। सात सहज ग्रह
सद बसंत शांति सहज ग्रह सद बसंत ग्रह सद बसंत रोग मिटाए प्रभु आप रोग मिटाए प्रभु रोग मिटाए रोग मिटाए प्रभु आप बालक राखे अपने कर थाप अपने करताप रोग मिटाए प्रभु आप बालक राखे अपने करताप बालक राखे अपने करताप सोग संताप कटे प्रभु आप सोग संताप आ आ आ सोग संताप कटे प्रभ आप सोग संताप कटे प्रभु आप सोग संताप सोग संताप कटे प्रभु आप सोग संताप कटे प्रभु आप गुरु अपने को नित नित जाप गुरु अपने को नित नित जाप नित नित जाप नित नित जाप गुरु अपने को नित नित जाप सात सहज ग्रह सद बसंत सात सहज ग्रह सद बसंत गुरपुरे की शरणी आए गुरपुरे की शरणी आए कल्याण रूप जप हर हर मंत्र शांत सहज ग्रह सद बसंत शांत सहज ग्रह सद बसंत शांत सहज ग्रह सद बसंत शांत सहज शांत सहज ग्रह सद बसंत शांत सहज ग्रह सद बसंत जो जन तेरा जपै नाम जो जन तेरा जपै जो जन तेरा जपै जो जन तेरा जपै नाम जो जन तेरा जपै जपै नाम जो जन तेरा जपै नाम जो जन तेरा जपै 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 जो जन तेरा जपै नाम
ਜੋ ਜਨ ਤੇਰਾ ਜਪੈ ਨਾਉ ਸਭ ਫਲ ਪਾਏ ਨਿਚਲ ਗੁਣ ਗਾਓ ਸਭ ਫਲ ਪਾਏ ਨਿਚਲ ਗੁਣ ਗਾਓ ਨਾਨਕ ਭਗਤਾ ਭਲੀ ਰੀਤ ਭਲੀ ਰੀਤ ਨਾਨਕ ਭਗਤਾ ਭਲੀ ਰੀਤ ਨਾਨਕ ਭਗਤਾ ਭਲੀ ਰੀਤ ਭਲੀ ਰੀਤ ਨਾਨਕ ਭਗਤਾ ਭਲੀ ਰੀਤ ਨਾਨਕ ਭਗਤਾ ਭਲੀ ਰੀਤ ਭਲੀ ਰੀਤ ਨਾਨਕ ਭਗਤਾ ਭਲੀ ਰੀਤ ਨਾਨਕ ਭਗਤਾ ਭਲੀ ਰੀਤ ਭਲੀ ਰੀਤ ਨਾਨਕ ਭਗਤਾ ਭਗਤਾ ਭਲੀ ਰੀਤ ਭਗਤਾ ਭਲੀ ਰੀਤ ਭਗਤਾ ਭਲੀ ਭਲੀ ਰੀਤ ਨਾਨਕ ਭਗਤਾ ਭਲੀ ਰੀਤ ਸੁਖ ਦਾਤਾ ਜਪਦੇ ਨੀਤ ਨੀਤ ਸੁਖ ਦਾਤਾ ਜਪਦੇ ਨੀਤ ਨੀਤ ਸੁਖ ਦਾਤਾ ਜਪਦੇ ਨੀਤ ਨੀਤ ਸਾਧ ਸਹਿਜ ਗ੍ਰਹਿ ਸਦ ਬਸੰਤ ਸਾਧ ਸਹਿਜ ਗ੍ਰਹਿ ਸਾਧ ਸਹਿਜ ਗ੍ਰਹਿ ਸਾਧ ਸਹਿਜ ਗ੍ਰਹਿ ਸਦ ਬਸੰਤ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀਵੈ ਹਰਿਆ ਹਰ ਕਾ ਨਾਮ ਕਹਿ ਕੇ ਹੋ ਹਰਿਆ ਪਾਈ ਕਰਮ ਖੰਤੇ ਪਾਈਐ ਹਰਤ ਸੁਹਾਈ ਵਰਤ ਨਿਭਾਉਣੋ ਰਿਆ ਮੁਤਲ ਪਾਈ ਮਿਲ ਸਾਧੂ ਸੂਪ ਜੈ ਲੱਤੀ ਸਭ ਸਾਈ ਨਾਨਕ ਸਿਮਰੈ ਏਕ ਨਾਮ ਫਿਰ ਬੋੜ ਲਤਾਈ ਪੰਜੇ ਬਦ ਮਹਾਬਲੀ ਕਰ ਸਚਟ ਹੋਵਾ ਆਪਣੇ ਚੰਚ ਪਾਏ ਨਿਮਸਤੇ ਖੜੋਵਾ ਰੋਗ ਸੋਖ ਸਮਟ ਗਏ ਨਿਤਵਨ ਰੋਆ ਦਿਨ ਰਹਿਣਾ ਭੈਦਾ ਫਿਰ ਪਾਇ ਨ ਮੋਵਾ ਸਿਸਤ ਉਪਜਿਆ ਨਾਨਕਾ ਸੋਈ ਫਿਰ ਹੋਵਾ ਸਿਸਤ ਉਪਜਿਆ ਨਾਨਕਾ ਸੋਈ ਫਿਰ ਹੋਵਾ ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ ਆਪਣੇ ਚੰਚ ਪਾਏ ਵਿੱਚ ਦਈਓ ਖੜੋਆ ਰੋਗ ਸੋਗ ਸਭ ਮਿਟ ਗਏ ਨਿਤਮਨ ਰੋਆ ਦਿਨ ਰਹਿਣ ਨਾਮ ਧਿਆਇਂਦਾ ਫਿਰ ਪਾਏ ਨਾ ਮੋਆ ਜਿਸ ਤੇ ਉਪਜਾ ਨਾਨਕਾ ਸੋਈ ਫਿਰ ਹੋਆ